नामां नूं रोकण वास्ते हर थां ते पहरेदारी करो। और जो उदन बोलिया सी ना मांझी सांझी जी है जिहड़ा विच बाइबल कला मैं कहनी असली दोषी वो ने जिहड़ा धरना दिता सी। असली दोषी वो ने जिहड़ा धरना दिता। एक सवाल उठाना भी जे उस वेले संगत विरोध ना करती तो की रुपिंदर जसविंदर नूं ही दोषी मन के फाइल बंद हो जानी सीगी। फिर की ये जांच डेरा सच्चा सौदा तक पहुंचनी सीगी कि उन्होंने प्रेमियां तक पहुंचनी सीगी। ते जिहड़े अज कहंदे ने भी उस वेले सानूं धरनाकारियां ने भड़का दिता, सही जांच नहीं असीं कर सके। अज जो साबका IG खट्टड़ा ये गल कहंदा है ते मैं पुछना चाहुंदा हाँ भी जिस वेले गुरु साहब दा स्वरूप चोरी होया सी ते ਉਹ 4-4.5 ਮਹੀਨੇ तक ਲੱਭ नहीं सकिया ते उस ਵੇਲੇ ਜਾਂਚ ਨੂੰ ਕਿਹਨੇ ਭੜਕਾ ਦਿੱਤਾ ਸੀਗਾ। ਮੈਨੂੰ ਸਮਝ ਨਹੀਂ ਆਉਂਦੀ ਵੋਟਾਂ ਵੇਲੇ ਆ ਕੇ ਇਹਨਾਂ ਵੱਲੋਂ ਜਥੇਦਾਰ ਇੱਕ ਦਿਨ ਪਹਿਲਾਂ ਬਿਆਨ ਦੇ ਰਿਹਾ ਕਿ ਇਹਦਾ ਜੀ ਰਾਜਨੀਤੀਕਰਨ ਕੀਤਾ ਜਾਵੇ ਤੇ ਆਪ ਹੀ ਅਕਾਲ ਤਖ਼ਤ ਸਾਹਿਬ ਦੀ ਮਹਾਂਸਭਾ ਦੇ ਇਕੱਠੇ ਹੋ ਕੇ ਇੱਕ ਰਾਜਨੀਤਿਕ ਦਲ ਦੇ ਬੁਲਾਰੇ ਬਣ ਗਏ। ਆ ਬੁਲਾਰੇ ਬਣ ਕੇ ਬੋਲ ਰਹੇ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਦਲ ਬਾਦਲ ਦੇ। ਪੁੱਛਣਾ ਚਾਹੁੰਦਾ ਜਥੇਦਾਰ ਜੀ ਨੂੰ ਸੰਬੋਧਨ ਹੋ ਕੇ ਵੀ ਜਥੇਦਾਰ ਹਰਪ੍ਰੀਤ ਸਿੰਘ ਜੀ ਇੱਥੋਂ ਗੱਲ ਕਿਉਂ ਨਹੀਂ ਸ਼ੁਰੂ ਕੀਤੀ ਤੁਸੀਂ ਵੀ ਜਦੋਂ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਚੰਡੀਗੜ੍ਹ ਕੋਠੀ ਦੇ ਵਿੱਚ ਇੱਥੋਂ ਕਿਉਂ ਨਹੀਂ ਸ਼ੁਰੂ ਕੀਤੀ। ਭਾਈ ਹਰਪ੍ਰੀਤ ਸਿੰਘ ਜੀ ਤੁਸੀਂ 15 ਵਜੇ ਤੱਕ ਤੁਸੀਂ ਕਹਿੰਦੇ ਸੀ ਮੈਂ ਅਸਤੀਫਾ ਦੇਣਾ ਹੈਡ ਗ੍ਰੰਥੀ ਤੋਂ ਮੁਕਤਸਰ। ਤੁਸੀਂ ਮੇਰੇ ਨਾਲ 3 ਵਾਰੀ ਗੱਲ ਕੀਤੀ ਹੈ, ਦੱਸੋ ਮੈਨੂੰ ਗਾਈਡ ਕਰੋ। ਮੈਂ ਅਸਤੀਫਾ ਮੇਰਾ ਮਨ ਨਹੀਂ ਲੱਗਦਾ, ਇਹ ਬੜਾ ਵੱਡਾ ਪਾਪ ਹੋ ਗਿਆ ਤੇ ਖਿਮਾ ਕਰਨਾ। ਹੁਣ ਕੀ ਹੋ ਗਿਆ, ਹੁਣ ਪਾਪ ਧੋਤਾ ਗਿਆ ਸੀ। ਉਹ ਜਿਹੜੇ ਰੈਫਰੈਂਸ ਲਾਇਬ੍ਰੇਰੀ ਦਾ ਵਾਪਸ ਆਇਆ ਹੋਇਆ ਖਜ਼ਾਨਾ ਜਿਨ੍ਹਾਂ ਨੇ ਖੁਰਦ-ਬੁਰਦ ਕਰ ਦਿੱਤਾ, ਉਹ ਜਥੇਦਾਰਾ ਤੂੰ ਜਾ ਕੇ ਆਪ ਲਿਖਵਾਏਂਗਾ ਉਹਨੂੰ ਤੇ 295 ਆਪਣੇ ਵੱਲੋਂ ਕਰਾਏਂਗਾ ਪਰਚਾ ਦਰਜ। ਅੱਜ ਜੋ ਬੀਬੀ ਜੰਗੀਰ ਕੌਰ ਰੌਲਾ ਪਾਉਂਦੀ ਹੈ ਵੀ ਉਸ ਵੇਲੇ ਆ ਇਹਨਾਂ ਪ੍ਰਚਾਰਕਾਂ ਨੇ ਆ ਖੂਨ ਦੇ ਪਹਿਲੇ ਦੇ ਨਾਲ ਨੇ ਦਬਾਅ ਪਾਤਾ, ਇਹਨੂੰ ਛੱਡੋ 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 ਇੱਦਾਂ ਬੋਲ ਰਹੇ ਸੀਗੇ ਵੀ ਅਸੀਂ ਛੱਡੋ ਛੱਡੋ ਕਰਨੀ ਸੀ। ਆ ਸੁਣ ਲਾ ਕਿਉਂ ਛੱਡੋ ਛੱਡੋ ਕੀਤੀ ਸੀ। ਆ ਬੀਬਾ ਜੰਗੀਰ ਕੌਰ ਸੁਣ ਲਾ। हाँ जी, वाहिगुरू जी का खालसा वाहिगुरू जी की फतेह। हाँ जी, जो आप जी नूं पता है कि पिछले दिनी जो 26 जुलाई नूं अकाल तख्त साहिब विखे DIG खट्टड़ा ने जो प्रचारक सिंह जां उस समय दे उत्ते गुरु ग्रंथ साहिब की जो बेअदबी हुई उन्हां दे रोस वजों और बेअदबी के दोषियों नूं फड़न वास्ते जिहड़ियां संगतां ने उत्थे धरना लाया सीगा ते उस धरनाकारियां ते और प्रचारकां दे उत्ते ही दोष मढ़न की कोशिश की है ते बड़े घिनौने झूठ उन्होंने बोले आ। उस संबंध विच अज सारे सिंह भाई पंथप्रीत सिंह जी, भाई सिंह साहिब ज्ञानी केवल सिंह जी और सिंह साहिब ज्ञानी सतनाम सिंह जी खंडा, वो सारे सिंह इकट्ठे होए आ। उस विषय ते जो उन्होंने बेबुनियाद झूठे इल्जाम लाए आ जां कुछ झूठ इदां दे बोले आ, उहदे संबंध विच अज सारे सिंह आपो अपने विचार पेश करनगे। तो सब तो पहलां जिहड़े DIG खट्टड़ा जी ने जो उन्होंने घिनौने झूठ 2 बोले आ। एक तो उन्होंने ये कहा कि जदों उत्थे अंग जिहड़े बरगाड़ी विखे मिले सी ਉਹ अंग बाद ਵਿੱਚ ਉੱਥੇ ਜਦੋਂ ਕੋਟਕਪੂਰਾ ਧਰਨੇ ਦੇ ਵਿੱਚ ਸੁਸ਼ੋਭਿਤ ਕੀਤੇ ਸੀ ਪਾਲਕੀ ਸਾਹਿਬ ਦੇ ਵਿੱਚ ਤੇ ਉੱਥੋਂ ਇਹ ਰੁਪਿੰਦਰ ਤੇ ਜਸਵਿੰਦਰ ਨੇਫੇ ਚ ਅੜਾ ਕੇ ਲੈ ਗਏ। ਇਹ ਬਹੁਤ ਹੀ ਘਿਨਾਉਣਾ ਇਲਜ਼ਾਮ ਉਹਨਾਂ ਨੇ ਲਾਇਆ ਕਿਉਂਕਿ ਰੁਪਿੰਦਰ ਜਸਵਿੰਦਰ ਹੋਣੀ ਉਹ ਗੁਰੂ ਸਾਹਿਬ ਜਿਹੜੇ ਸਰੂਪ ਦੇ ਅੰਗ ਸੀਗੇ ਉਹ ਨਹੀਂ ਲੈ ਕੇ ਗਏ ਕਿਉਂਕਿ ਜਦੋਂ 13 ਤਰੀਕ ਦੀ ਸਵੇਰ ਨੂੰ ਗ੍ਰਿਫਤਾਰੀਆਂ ਹੋਈਆਂ ਤਾਂ ਉਸ ਟਾਈਮ ਦੇ ਉੱਤੇ ਜਦੋਂ ਪਹਿਲੀ ਜਿਹੜੀ ਗ੍ਰਿਫਤਾਰੀ ਹੋਈ ਆ ਜਿਹਦੇ ਵਿੱਚ ਭਾਈ ਪੰਥਪ੍ਰੀਤ ਸਿੰਘ ਜੀ ਤੇ ਮੈਂ ਵੀ ਤੇ ਨਾਲ ਰੁਪਿੰਦਰ ਵੀ ਅਸੀਂ ਸਾਰੇ ਇੱਕ ਬੱਸ ਵਿੱਚ ਸੀਗੇ। ਉਦੋਂ ਰੁਪਿੰਦਰ ਸਿੰਘ ਸਾਡੇ ਨਾਲ ਸੀ। तो इत्थों ये मतलब कि रुपिंदर होनी महाराज के जोड़े अंग उत्थों कोटपुरा चौंक दे विचों वो नहीं लेके गए। और दूसरी गल जिहड़ी है भी उन्होंने जोड़े बेअंत सिंह ये अपने मूहों ये गल कह चुकी है कि वो महाराज के जोड़े अंग है उत्थों कोटपुरा साहिब तो उत्थों माफ़ करना कोटपुरे चौंक दे विचों वो लैके गए ने और बड़े सत्कार नाल लैके गए ने। दूजा जिहड़ा बड़ा घिनौना झूठ मैनूं इस गल ते बड़ा ही मतलब कि खुद नूं ये महसूस हुंदी है
ਵੀ ਇੰਨੇ ਉੱਚੇ ਅਹੁਦੇ ਤੇ ਰਹਿਣ ਵਾਲੇ ਇੱਕ ਸਤਿਕਾਰਯੋਗ ਅਫਸਰ ਕਹਿ ਲਵੋ ਜਾਂ ਮਤਲਬ ਕਿ ਕਹਿ ਲਓ ਬੜੇ ਉਹਨਾਂ ਦਾ ਤਜਰਬਾ ਹੈਗਾ, ਉਹ ਇੰਨੇ ਗਿਰੇ ਹੋਏ ਕਹਿ ਲਵੋ ਜਾਂ ਇੰਨੇ ਘਿਨਾਉਣੇ ਝੂਠ ਕਿਸ ਤਰੀਕੇ ਨਾਲ ਬੋਲ ਸਕਦੇ ਹੈ ਕਿ ਉਹਨਾਂ ਨੇ ਇਹ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਮਹਾਰਾਜ ਦੇ ਅੰਗ ਹੈ ਉਸ ਵੇਲੇ ਆਂਡਿਆਂ ਦੀਆਂ ਟਰੇਆਂ ਵਿੱਚ ਸੁੱਟੇ ਹੋਏ ਸੀ, ਜਦ ਕਿ ਜਦੋਂ ਮਹਾਰਾਜ ਦੇ ਅੰਗ ਬੇਅੰਤ ਸਿੰਘ ਦੇ ਘਰੋਂ ਪੁਲਿਸ ਨੂੰ ਸਪੁਰਦ ਕੀਤੇ ਗਏ ਆ ਤਾਂ ਉਸ ਟਾਈਮ ਤੇ ਮੈਂ ਮੌਕੇ ਤੇ ਹਾਜ਼ਰ ਸੀ ਔਰ ਜਦੋਂ ਸਪੁਰਦਗੀ ਦੀ ਜਿਹੜੀ ਅਰਦਾਸ ਉਹ ਮੈਂ ਕੀਤੀ ਸੀਗੀ ਤੇ ਉਸ ਟਾਈਮ ਦੇ ਉੱਤੇ ਸਾਰੇ ਇਲਾਕੇ ਦੇ ਨੇੜੇ ਤੇ ਪੱਤਰਕਾਰ ਸਾਹਿਬਾਨ, ਪੁਲਿਸ ਪ੍ਰਸ਼ਾਸਨ, ਸਾਰੇ ਸੀਨੀਅਰ ਉੱਥੇ ਕਾਫੀ ਸਿੰਘ ਔਰ ਇਲਾਕੇ ਦੇ ਮੋਹਤਵਰ ਸੱਜਣ ਉੱਥੇ ਹਾਜ਼ਰ ਸੀ। ਜਦੋਂ ਉਹਦੇ ਘਰ ਨੂੰ ਲੋਕ ਲੱਗਾ ਹੋਇਆ ਸੀ, ਉਹ ਲੋਕ ਜਾ ਕੇ ਮੈਂ ਖੋਲ੍ਹਿਆ ਸੀਗਾ, ਬੇਅੰਤ ਸਿੰਘ ਦੇ ਘਰ ਨੂੰ ਜੋ ਲੋਕ ਲੱਗਾ ਹੋਇਆ ਸੀਗਾ ਉਹ ਲੋਕ ਮੈਂ ਜਾ ਕੇ ਖੋਲ੍ਹੇ। ਸਭ ਤੋਂ ਪਹਿਲਾਂ ਅੰਗ ਮੈਂ ਦੇਖੇ ਸੀਗੇ ਤਾਂ ਉਹ ਬੜੇ ਸਤਿਕਾਰ ਨਾਲ, ਬੜੇ ਅਦਬ ਦੇ ਨਾਲ ਰੱਖੇ ਹੋਏ ਸੀਗੇ, ਕੋਈ ਉਹਦੇ ਵਿੱਚ ਇੱਦਾਂ ਦੀ ਬੇਅਦਬੀ ਵਾਲੀ ਗੱਲ ਨਹੀਂ ਸੀ। ਜਿਹੜਾ ਇੱਕ ਘਿਨਾਉਣਾ ਇਲਜ਼ਾਮ ਇਹ DIG ਖੱਟੜਾ ਨੇ ਲਾਇਆ ਕਿ ਆਂਡਿਆਂ ਦੀਆਂ ਟਰੇਆਂ ਵਿੱਚ ਸੁੱਟਾ ਹੋਇਆ ਸੀਗਾ, ਇਹ ਬਹੁਤ ਹੀ ਮਤਲਬ ਕਿ ਇੱਕ ਤਰ੍ਹਾਂ ਨਾਲ ਗਿਰਿਆ ਹੋਇਆ ਝੂਠ ਇਹਨਾਂ ਨੇ ਬੋਲਿਆ। ਸੋ ਇਹਦੇ ਸੰਬੰਧ ਵਿੱਚ ਹੋਰ ਵੀ ਜਿਹੜੀਆਂ ਉਹਨਾਂ ਨੇ ਜੋ ਗੱਲਾਂ ਕਹੀਆਂ ਨੇ, ਜੋ ਹੋਰ ਵੀ ਉਹਨਾਂ ਨੇ ਵਿਚਾਰ ਦਿੱਤੇ ਨੇ, ਉਹਦੇ ਸੰਬੰਧ ਵਿੱਚ ਆਪਣੇ ਕੋਲੇ ਜੋ ਸਤਿਕਾਰਯੋਗ ਸ਼ਖਸੀਅਤਾਂ ਭਾਈ ਪੰਥਪ੍ਰੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਸਾਰੇ ਸਿੰਘ ਪਹੁੰਚੇ ਨੇ, ਉਹ ਆਪ ਜੀ ਨੂੰ ਵਾਰੀ-ਵਾਰੀ ਜੋ ਹੈ ਇਸ ਸੰਬੰਧ ਵਿੱਚ ਵਿਚਾਰ ਪੇਸ਼ ਕਰਨਗੇ ਜੀ। ਸੋ ਸਭ ਤੋਂ ਪਹਿਲਾਂ ਭਾਈ ਪੰਥਪ੍ਰੀਤ ਸਿੰਘ ਜੀ ਇਸ ਸੰਬੰਧ ਵਿੱਚ ਵਿਚਾਰ ਪੇਸ਼ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੀਆਂ ਸੰਗਤਾਂ ਨੂੰ, ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਤਨਾਮ ਸਿੰਘ ਤੋਂ ਕੁਝ ਸੱਚ ਆਪਣੇ ਸੁਣੇ ਹੈ, ਸੋ ਮੈਂ ਤੁਹਾਨੂੰ ਸੁਣਾਉਂਦਾ ਹਾਂ ਸ਼ੁਰੂ ਤੋਂ ਲੈ ਕੇ। ਹੁਣ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ ਬੁਰਜ ਜਵਾਹਰ ਸਿੰਘ ਵਾਲਾ ਤੋਂ। ਸਰੂਪ ਚੋਰੀ ਹੋ ਗਿਆ ਤੇ ਜਿਹੜੇ ਅੱਜ ਕਹਿੰਦੇ ਨੇ ਵੀ ਉਸ ਵੇਲੇ ਸਾਨੂੰ ਧਰਨਾਕਾਰੀਆਂ ਨੇ ਭੜਕਾ ਦਿੱਤਾ, ਸਹੀ ਜਾਂਚ ਨਹੀਂ ਅਸੀਂ ਕਰ ਸਕੇ, ਅੱਜ ਜੋ ਸਾਬਕਾ IG ਖੱਟੜਾ ਇਹ ਗੱਲ ਕਹਿੰਦਾ ਹੈ, ਤੇ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਜਿਸ ਵੇਲੇ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਤੇ ਉਹ 4-4.5 ਮਹੀਨਾ ਤੱਕ ਲੱਭ ਨਹੀਂ ਸਕਿਆ, ਤੇ ਉਸ ਵੇਲੇ ਜਾਂਚ ਨੂੰ ਕਿਹਨੇ ਭੜਕਾ ਦਿੱਤਾ ਸੀਗਾ? ਉਸ ਵੇਲੇ ਤਾਂ ਠੀਕ ਹੈ ਸੰਗਤਾਂ ਨੇ ਰੋਸ ਮੁਜ਼ਾਹਰੇ ਕੀਤੇ ਸੀ, ਕੋਈ ਧਰਨਾ ਨਹੀਂ ਲੱਗਿਆ, ਉਸ ਵੇਲੇ ਤਾਂ ਕੋਈ ਤੁਹਾਨੂੰ ਕਿਸੇ ਫੋਨ ਨੇ ਨਹੀਂ ਭੜਕਾਇਆ, ਤੇ ਉਹ ਜੋ ਸਰੂਪ ਹੈ ਲੱਭ ਨਹੀਂ ਸਕੇ ਤੁਸੀਂ 4-4.5 ਮਹੀਨੇ, ਤੇ ਉਸ ਵੇਲੇ ਤੁਹਾਨੂੰ ਕਿਹਨੇ ਭੜਕਾਇਆ ਸੀ? ਫਿਰ ਉਸ ਤੋਂ ਬਾਅਦ ਦੇਖੋ ਕਿੱਡੀ ਵੱਡੀ ਸਾਡੀ ਮਹਾਨ ਸੰਸਥਾ ਹੈ ਅਕਾਲ ਤਖ਼ਤ ਸਾਹਿਬ, ਪਰ ਅਫਸੋਸ ਕਿ ਸਾਬਕਾ IG ਖੱਟੜਾ, ਬੀਬੀ ਜੰਗੀਰ ਕੌਰ ਤੇ ਭਾਈ ਹਰਪ੍ਰੀਤ ਸਿੰਘ ਜਥੇਦਾਰ ਉੱਥੇ ਕਿਵੇਂ ਬਾਦਲ ਅਕਾਲੀ ਦਲ ਦੇ ਬੁਲਾਰੇ ਬਣ ਕੇ ਬੋਲ ਰਹੇ ਹੈ। ਕਿੱਡੇ ਅਫਸੋਸ ਦੀ ਗੱਲ ਹੈ, ਸਾਡੀ ਮਹਾਨ ਸੰਸਥਾ ਦੀ ਕਿਸ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ। ਹੁਣ ਉੱਥੇ ਉਹਨਾਂ ਨੇ ਤਾਂ ਗੱਲ ਸ਼ੁਰੂ ਕੀਤੀ ਤਾਂ ਤੁਸੀਂ ਸੁਣਿਆ ਸਾਰਾ ਕੁਝ, ਜੇ ਮੈਂ ਗੱਲ ਸ਼ੁਰੂ ਇੱਥੋਂ ਕਰਦਾ, ਪੁੱਛਣਾ ਚਾਹੁੰਦਾ ਜਥੇਦਾਰ ਜੀ ਨੂੰ ਸੰਬੋਧਨ ਹੋ ਕੇ ਵੀ ਜਥੇਦਾਰ ਹਰਪ੍ਰੀਤ ਸਿੰਘ ਜੀ ਇੱਥੋਂ ਗੱਲ ਕਿਉਂ ਨਹੀਂ ਸ਼ੁਰੂ ਕੀਤੀ ਤੁਸੀਂ ਵੀ ਜਦੋਂ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਚੰਡੀਗੜ੍ਹ ਕੋਠੀ ਦੇ ਵਿੱਚ, ਇੱਥੋਂ ਕਿਉਂ ਨਹੀਂ ਸ਼ੁਰੂ ਕੀਤੀ? ਤੁਹਾਡਾ ਸਾਥੀ ਗੁਰਮੁਖ ਸਿੰਘ ਨੇ ਗੱਲ ਦੱਸੀ, ਅਸੀਂ ਤਾਂ ਕੋਲੋਂ ਇਲਜ਼ਾਮ ਨਹੀਂ ਲਾਇਆ ਕੋਈ। ਤੁਹਾਡਾ ਸਾਥੀ ਗੁਰਮੁਖ ਸਿੰਘ ਇਹ ਦੱਸਿਆ ਵੀ ਸਾਨੂੰ ਸਾਰਿਆਂ ਨੂੰ ਉੱਥੇ ਚੰਡੀਗੜ੍ਹ ਬਾਦਲ ਅਕਾਲੀ ਦਲ ਦੀ ਕੋਠੀ ਦੇ ਵਿੱਚ ਤਲਬ ਕੀਤਾ ਗਿਆ। ਇਹਦੇ ਇੱਥੋਂ ਸ਼ੁਰੂ ਕਿਉਂ ਨਹੀਂ ਕੀਤਾ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਉੱਤੇ? ਫਿਰ ਉੱਥੇ ਜੋ ਚਿੱਠੀ ਦਿੱਤੀ ਗਈ ਉਹ ਮਾਫੀਨਾਮਾ ਕਹਿ ਕੇ ਵੀ ਆ ਮਾਫੀਨਾਮਾ ਆਏਗਾ ਕਬੂਲ ਕਰੋ, ਦੂਜਾ ਝੂਠ ਬੋਲਿਆ ਗਿਆ। ਜਦ ਕਿ ਸੌਦੇ ਵਾਲਾ ਉਸ ਵੇਲੇ ਉਹਦਾ ਬਿਆਨ ਅਜੀਤ ਅਖਬਾਰ 'ਚ ਵੀ ਛਪਿਆ, ਕਹਿੰਦਾ ਮੈਂ ਕੋਈ ਮਾਫੀਨਾਮਾ ਨਹੀਂ ਭੇਜਿਆ, ਇਹਨਾਂ ਦੇ ਬੰਦੇ ਆਏ ਸੀ ਮੈਥੋਂ ਇੱਕ ਕਾਗਜ਼ ਤੇ ਦਸਤਖਤ ਕਰਾ ਕੇ ਲੈ ਗਏ ਸੀਗੇ। ਉਹਦਾ ਬਿਆਨ ਅੱਜ ਦਾ ਅਖਬਾਰਾਂ ਵਿੱਚ ਪਿਆ ਹੈ। ਉਸ ਤੋਂ ਬਾਅਦ ਉਹ ਹਿੰਦੀ ਵਿੱਚ ਲਿਖਿਆ ਗਿਆ, ਫਿਰ ਉਹ ਪੰਜਾਬੀ ਵਿੱਚ ਕਿਵੇਂ ਬਦਲ ਗਿਆ ਅਕਾਲ ਤਖ਼ਤ ਸਾਹਿਬ ਤੇ ਆਉਂਦਾ, ਕਿਹਨੇ ਟਰਾਂਸਲੇਸ਼ਨ ਕੀਤੀ ਉਹਦੇ ਬਾਰੇ ਉਹ ਕਿਉਂ ਨਹੀਂ ਦੱਸਦੇ ਅੱਜ ਤੱਕ? ਫਿਰ ਉਹ ਮਾਫੀ ਦਿੱਤੀ ਗਈ, ਜਦ ਕਿ ਉਹਨੇ ਮਾਫੀ ਮੰਗੀ ਨਹੀਂ, ਬਿਨਾਂ ਮੰਗੀ ਮਾਫੀ ਦਿੱਤੀ ਗਈ। ਉਹ ਕੋਈ ਸ਼ਰਨ ਨਹੀਂ ਆਇਆ। ਇੱਥੇ ਉਹ ਲਾਗੂ ਨਹੀਂ ਹੁੰਦਾ ਵੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਬਿਰਧ ਸੁਆਮੀ ਸੰਦਾ। ਫਿਰ ਉਹਨੂੰ ਮਾਫੀ ਦੇ ਦਿੱਤੀ ਗਈ, ਤੇ ਜਿਸ ਵੇਲੇ ਉਸ ਨੂੰ ਮਾਫੀ ਦੇ ਦਿੱਤੀ ਗਈ ਤੇ ਨਾਲ ਦੀ ਨਾਲ ਸ਼ੁਰੂ ਕੀ ਹੋਇਆ, ਉਹ ਮਾਫੀ ਨੂੰ ਸਹੀ ਸਿੱਧ ਕਰਨ ਵਾਸਤੇ ਗੁਰੂ ਦੀ ਗੋਲਕ ਦਾ ਉਜਾੜਾ ਕੀਤਾ ਗਿਆ। ਕਿੰਨਾ? 91 ਲੱਖ ਰੁਪਈਆ। 91 ਲੱਖ ਰੁਪਈਆ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਤੇ ਅੱਜ ਤੱਕ ਉਹ
ਕਿਸੇ ਨੇ ਨਹੀਂ ਦੱਸਿਆ ਵੀ ਉਹ 91 ਲੱਖ ਰੁਪਇਆ ਹੁਣ ਕੀ ਤੋਂ ਭਰਾਓਗੇ। ਅੱਜ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੱਸੂਗੀ ਉਹ 91 ਲੱਖ ਰੁਪਇਆ ਕਿੱਥੋਂ ਭਰਾਓਗੇ, ਜਿਹੜਾ ਗੁਰੂ ਦੀ ਗੋਲਕ ਦਾ ਉਜਾੜਿਆ, ਕਿਉਂਕਿ ਮੱਕੜ ਤਾਂ ਚਲਿਆ ਗਿਆ। ਫਿਰ ਜਿਸ ਵੇਲੇ ਮਾਫੀਨਾਮਾ ਦੇ ਦਿੱਤਾ ਗਿਆ, ਬਹੁਤ ਯਤਨ ਕੀਤੇ ਨੂੰ ਸਿੱਧ ਕਰਨ ਦਾ ਵੀ ਸਹੀ ਹੈ, ਨਹੀਂ ਸਿੱਧ ਹੋ ਸਕਿਆ, ਤੇ ਉਧਰੋਂ ਕੀ ਹੋਇਆ, ਫਿਰ ਉਧਰ ਮਾਫੀਨਾਮਾ ਤੇ ਉਧਰ ਅਸਥਿਆਰ ਲੱਗਦਾ ਹੈ ਬੁਰਜ ਜਵਾਰ ਸਿੰਘ ਵਾਲਾ ਤੇ ਬਰਗਾੜੀ। ਉਹਦੇ ਵਿੱਚ ਤੁਹਾਨੂੰ ਪਤਾ ਕਿੰਨੀ ਵੱਡੀ ਸ਼ਬਦਾਵਲੀ ਵਰਤੀ ਗਈ ਹੈ ਗੁਰਸਿੱਖਾਂ ਵਾਸਤੇ, ਤੇ ਉੱਪਰ ਬਕਾਇਦਾ ਲਿਖਿਆ ਹੋਇਆ ਉਹਦੇ ਧੰਨ ਧੰਨ ਸਤਿਗੁਰੂ ਤੇਰੇ ਹੀ ਆਸਰਾ, ਵੀ ਕਿੰਨਾ ਦਾ ਉਹ ਪੋਸਟਰ। ਉਹ ਪੋਸਟਰ ਲੱਗ ਗਿਆ ਜਿਸ ਵੇਲੇ 24-25 ਸਤੰਬਰ ਦੀ ਰਾਤ ਨੂੰ 2015। ਤੇ ਫਿਰ ਉਸ ਤੋਂ ਬਾਅਦ ਮੈਂ ਪੁੱਛਣਾ ਚਾਹੁੰਦਾ ਹਾਂ, ਉਸ ਵੇਲੇ ਦੇ ਪੁਲਿਸ ਅਫਸਰਾਂ ਨੂੰ ਦੱਸੋਗੇ ਵੀ ਕਿੰਨੇ ਤੁਸੀਂ ਡੇਰਾ ਪ੍ਰੇਮੀ ਫੜ ਕੇ ਤਫਤੀਸ਼ ਕੀਤੀ, ਕਿਉਂਕਿ ਪੋਸਟਰ ਉਹਨਾਂ ਦੇ ਨਾਂ ਦਾ ਲੱਗਿਆ ਹੋਇਆ ਸੀਗਾ। ਉਦੋਂ ਤੁਹਾਨੂੰ ਡੇਰਾ ਪ੍ਰੇਮੀ ਤੇ ਸ਼ੱਕ ਕਿਉਂ ਨਹੀਂ ਪਿਆ ਜਦੋਂ ਪੋਸਟਰ ਲੱਗ ਗਿਆ ਸੀਗਾ ਗੁਰਦੁਆਰਾ ਸਾਹਿਬ ਦੇ ਕੰਧਾਂ ਦੇ ਉੱਤੇ? ਉਸ ਵੇਲੇ ਤੁਸੀਂ ਕੋਈ ਐਕਸ਼ਨ ਨਹੀਂ ਕੀਤਾ। ਉਹਦੇ ਵਿੱਚ ਧਮਕੀ ਦਿੱਤੀ ਕਿ ਚੈਲੰਜ ਕੀਤਾ ਗਿਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਾਂਗੇ, ਬਰਗਾੜੀ ਦੀਆਂ ਗਲੀਆਂ 'ਚ ਸਥਾਨ ਵੀ ਦੱਸਤਾ। ਤੇ ਦੱਸੋਗੇ ਤੁਸੀਂ ਵੀ 25 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ ਤੁਸੀਂ ਕੀ ਕੀਤਾ? ਕਿ ਉੱਥੇ ਖੁਫੀਆ ਕੈਮਰੇ ਨਹੀਂ ਲਾਏ ਜਾ ਸਕਦੇ ਸੀ ਬਰਗਾੜੀ ਦੀਆਂ ਗਲੀਆਂ ਦੇ ਵਿੱਚ? ਉਸ ਪੋਸਟਰ ਦੇ ਉੱਤੇ ਜੋ ਚੈਲੰਜ ਕੀਤਾ, ਉਹ ਘਟਨਾ ਰੋਕਣ ਵਾਸਤੇ ਤੁਸੀਂ ਕੀ ਕੀਤਾ ਉਸ ਵੇਲੇ ਦੱਸੋਗੇ? ਤੁਸੀਂ ਤੁਹਾਡਾ ਧਿਆਨ ਕਿਹਨੇ ਭਟਕਾਤਾ ਸੀ ਉਸ ਵੇਲੇ? ਦੱਸੋਗੇ ਵੀ ਕਿਹੜੇ ਧਰਨੇ ਲੱਗੇ ਸੀ? ਪੋਸਟਰ ਤੋਂ ਬਾਅਦ ਕੋਈ ਧਰਨੇ ਨਹੀਂ ਲੱਗੇ, ਤੁਸੀਂ ਫਰੀ ਸੀ, ਪਰ ਤੁਹਾਨੂੰ ਕੋਈ ਪਤਾ ਲੱਗਿਆ? ਤੇ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਤੁਸੀਂ ਖੁਫੀਆ ਕੈਮਰੇ ਨਹੀਂ ਲਾਏ, ਕੋਈ ਯਤਨ ਨਹੀਂ ਕੀਤਾ ਉਸ ਵੇਲੇ ਦੀ ਸਰਕਾਰ ਨੇ। ਤੇ ਦੂਜੇ ਪਾਸੇ ਸੌਦੇ ਆਏ ਦੇ ਫਿਲਮਾਂ ਦੇ ਪੋਸਟਰਾਂ ਦੀ ਰਾਖੀ ਕਰਦੇ ਰਹੇ ਪੁਲਿਸ ਮੁਲਾਜ਼ਮ ਰਾਖੀ ਕਰਦੇ ਰਹੇ ਵੀ ਕਿਤੇ ਕੋਈ ਫਿਲਮ ਦੇ ਪੋਸਟਰ ਦੀ ਕਿਤੇ ਕੋਈ ਪੋਸਟਰ ਨਾ ਪਾੜ ਜਾਵੇ ਕਿਤੇ ਕੋਈ। ਇੱਕ ਪਾਸੇ ਪੋਸਟਰਾਂ ਦੀ ਰਾਖੀ ਕੀਤੀ ਜਾ ਰਹੀ ਹੈ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਚੈਲੰਜ ਕੀਤਾ ਗਿਆ ਤੇ ਉਹਨੂੰ ਰੋਕਣ ਵਾਸਤੇ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਉਹ ਦੱਸੋਗੇ ਉਹਦਾ ਕੌਣ ਜ਼ਿੰਮੇਵਾਰ ਹੈ? ਤੇ ਫਿਰ ਬੇਅਦਬੀ ਹੋ ਗਈ 12 ਅਕਤੂਬਰ 2015 ਨੂੰ। ਬੇਅਦਬੀ ਤੋਂ ਬਾਅਦ ਸੰਗਤਾਂ ਨੇ ਜੋ ਇਕੱਤਰ ਹੋ ਕੇ ਫੈਸਲਾ ਕੀਤਾ, ਫੈਸਲੇ ਦੇ ਮੁਤਾਬਕ ਧਰਨਾ ਲੱਗ ਗਿਆ ਕੋਟਕਪੂਰਾ ਚੌਂਕ ਦੇ ਵਿੱਚ। 12 ਅਕਤੂਬਰ ਨੂੰ ਧਰਨਾ ਲੱਗ ਗਿਆ ਤੇ 13 ਅਕਤੂਬਰ ਨੂੰ ਗ੍ਰਿਫਤਾਰੀਆਂ ਦੇ ਦਿੱਤੀਆਂ। ਆ ਸੁਣਿਓ ਸਾਬਕਾ ਆਈਜੀ ਖੱਟੜਾ, ਸੁਣੋ, 13 ਤਰੀਕ ਨੂੰ ਗ੍ਰਿਫਤਾਰੀਆਂ ਦੇ ਦਿੱਤੀਆਂ ਸੀ ਤਾਂ, ਤੇ ਤੁਹਾਨੂੰ ਤਾਂ ਵਿਹਲੇ ਕਰਤਾ ਸੀ ਜਾਂਚ ਕਰਨ ਵਾਸਤੇ। ਜਿਹੜਾ ਤੁਸੀਂ ਕਹਿੰਦੇ ਹੋ ਵੀ ਧਰਨਾਕਾਰੀਆਂ ਨੇ ਜਾਂਚ ਭੜਕਾ ਦਿੱਤੀ ਹੈ, ਤੁਹਾਡੇ ਤੇ ਇਹਦਾ ਦਬਾਅ ਪਾਉਂਦੇ ਰਹੇ, ਦਬਾਅ ਕਿਹੜਾ? ਤਾਂ 12 ਤਰੀਕ ਨੂੰ ਧਰਨਾ ਲੱਗਿਆ, 13 ਤਰੀਕ ਨੂੰ ਸੁਬਾਹ ਤੁਹਾਨੂੰ ਗ੍ਰਿਫਤਾਰੀਆਂ ਦੇ ਦਿੱਤੀਆਂ ਸੀ ਤਾਂ। ਸਾਨੂੰ ਤੁਸੀਂ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਦੇ ਤੇ ਤੁਸੀਂ ਮਗਰੋਂ ਜਾਂਚ ਕਰਦੇ। ਜਾਂਚ ਕਿਹੜੀ ਭੜਕਾਈ? ਤੁਸੀਂ ਜਾਂਚ ਕਰਦੇ ਹੋ। ਸੋ ਦੇਖੋ 13 ਤਰੀਕ ਨੂੰ ਵਾਅਦਾ ਕਰਕੇ ਗ੍ਰਿਫਤਾਰੀਆਂ ਦਾ ਸਾਨੂੰ ਲੈ ਕੇ ਗਏ ਤੁਸੀਂ ਮਮਦੋਟ ਥਾਣੇ ਦੇ ਵਿੱਚੋਂ, ਉਸੇ ਬੱਸ ਵਿੱਚ ਚੜਾ ਕੇ ਸਾਨੂੰ ਦੁਬਾਰਾ ਛੱਡ ਕੇ ਸਾਨੂੰ ਇੱਥੇ ਫਰੀਦਕੋਟ। ਤੇ ਜੇ ਤੁਸੀਂ ਉਸ ਦਿਨ ਗ੍ਰਿਫਤਾਰ ਕੀਤਾ ਸਾਨੂੰ ਤੇ ਜੇਲ੍ਹ ਭੇਜ ਦਿੰਦੇ ਤੇ ਦੁਬਾਰਾ ਧਰਨੇ ਲਾਉਣ ਦੀ ਕਿਉਂ ਨਾ ਬਤਾਉਂਦੀ? ਸਾਰੇ ਸਿੰਘਾਂ ਨੂੰ, ਸਾਰੇ ਜਥੇਬੰਦੀਆਂ ਦੇ ਮੁਖੀਆਂ ਨੂੰ ਜੇਲ੍ਹਾਂ 'ਚ ਭੇਜਦੇ ਤੇ ਧਰਨਾ ਤਾਂ ਚੁੱਕਿਆ ਗਿਆ ਸੀ ਉਸ ਦਿਨ ਕੋਟਕਪੂਰਾ ਚੌਂਕ ਦੇ ਵਿੱਚੋਂ। ਤੁਸੀਂ ਹੀ ਮਾਹੌਲ ਖਰਾਬ ਹੋਣ ਦਿੱਤਾ। ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਫਿਰ ਦੁਬਾਰਾ ਧਰਨੇ ਤੇ ਬੈਠੇ, ਕਿਉਂਕਿ ਤੁਸੀਂ ਗ੍ਰਿਫਤਾਰ ਕੇ ਜੇਲ੍ਹਾਂ ਨਹੀਂ ਭੇਜੇ, ਦੁਬਾਰਾ ਧਰਨਾ ਲੱਗ ਪਿਆ। 13 ਤਰੀਕ ਨੂੰ ਦੁਬਾਰਾ ਧਰਨਾ ਲੱਗ ਗਿਆ ਸ਼ਾਮ ਤੱਕ। ਹੁਣ 14 ਦੀ ਸੁਬਾਹ ਆ ਜਾਓ। 14 ਦੀ ਸੁਬਾਹ ਨੂੰ ਤੁਸੀਂ ਇਹੀ ਆ ਕੇ ਕਿਹਾ ਵੀ ਤੁਹਾਡਾ ਜਿਹੜਾ ਧਰਨਾ ਹੈ ਇਹ ਗੈਰ ਕਾਨੂੰਨੀ ਹੈ। ਤੇ ਅਸੀਂ ਤੁਹਾਨੂੰ ਕੀ ਕਿਹਾ ਵੀ ਤੁਹਾਨੂੰ ਗ੍ਰਿਫਤਾਰੀਆਂ ਦੇ ਦਿੱਤੀਆਂ ਸੀ ਕੱਲ, ਸਾਨੂੰ ਤੁਸੀਂ ਨਾ ਛੱਡਦੇ ਸੀ ਤਾਂ ਗ੍ਰਿਫਤਾਰੀ। ਫਿਰ ਤੁਸੀਂ ਕਿਹਾ ਸਾਨੂੰ ਦੁਬਾਰਾ ਗ੍ਰਿਫਤਾਰੀਆਂ ਦਿਓ, ਤੇ ਅਸੀਂ ਕੀ ਕਿਹਾ ਵੀ ਕੱਲ੍ਹ ਵਾਲੀ ਨਾ ਕਰਿਓ ਵਾਅਦਾ ਖਿਲਾਫੀ। ਤੇ ਕੀ ਕਿਹਾ ਗਿਆ ਸਾਨੂੰ? ਸਾਰੀਆਂ ਸੰਗਤਾਂ ਨੂੰ ਕੀ ਕਿਹਾ ਵੀ ਤੁਹਾਨੂੰ ਪ੍ਰੋਪਰਲੀ ਗ੍ਰਿਫਤਾਰ ਕਰਕੇ ਤੁਹਾਨੂੰ ਬਕਾਇਦਾ ਜੇਲ੍ਹਾਂ ਵਿੱਚ ਭੇਜਾਂਗੇ। ਤੇ ਮੈਂ ਕਿਹਾ ਸਾਡਾ ਇਹ ਜੇਲ੍ਹ ਭਰੋ ਅੰਦੋਲਨ ਸ਼ੁਰੂ ਹੈ, ਅੱਜ ਤੋਂ ਅਸੀਂ ਅੰਦੋਲਨ ਸ਼ੁਰੂ ਕਰ ਰਹੇ ਹਾਂ। ਤੇ ਕੱਲ੍ਹ ਵਾਲੀ ਸਾਡੇ ਨਾਲ ਵਾਅਦਾ ਖਿਲਾਫ ਅਸੀਂ ਦੁਬਾਰਾ ਫਿਰ ਯਕੀਨ ਕੀਤਾ। ਸਾਡਾ ਦੇਖੋ, ਸਾਡੀ ਵਿਸ਼ਾਲਤਾ ਦੇਖੋ, ਸਾਡੀ ਉੱਚੀ ਸੋਚ ਦੇਖੋ। ਅਸੀਂ ਫਿਰ ਦੂਜੇ ਦਿਨ ਯਕੀਨ ਕਰ ਲਿਆ, ਯਕੀਨ ਕਰਕੇ ਫਿਰ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ 14 ਤਰੀਕ ਨੂੰ। ਤੇ ਫਿਰ ਕੀ ਹੋਇਆ? ਕੁਝ ਸਮੇਂ ਦੇ ਬਾਅਦ ਆਸੇ-ਪਾਸੇ ਤੋਂ ਉੱਤਰ ਕੇ ਸਿੰਘ ਆਉਣੇ ਸ਼ੁਰੂ ਹੋ ਗਏ ਧਰਨੇ ਦੇ ਉੱਤੇ, ਜਿਨ੍ਹਾਂ ਨੇ ਆ ਕੇ ਦੱਸਿਆ ਵੀ ਦੂਰ ਦੂਰ ਲਿਜਾ ਕੇ ਛੱਡਿਆ ਜਾ ਰਿਹਾ, ਕਿਸੇ ਜੇਲ੍ਹਾਂ 'ਚ ਨਹੀਂ ਭੇਜਿਆ ਜਾ ਰਿਹਾ। ਦੂਜੇ ਦਿਨ ਵਾਅਦਾ ਖਿਲਾਫੀ ਕਿਉਂ ਕੀਤੀ? ਫਿਰ ਕੀ ਹੋਇਆ? ਦੁਬਾਰਾ ਆ ਕੇ ਧਰਨੇ ਦੇ ਉੱਤੇ ਬੈਠੇ ਸਿੰਘ ਦੁਬਾਰਾ। ਉਸ ਤੋਂ ਬਾਅਦ ਫੈਸਲਾ ਕਰਨਾ ਹੀ ਸੀ ਕਿ
ਵੀ ਨਾ ਤਾਂ ਤੁਸੀਂ ਸਾਨੂੰ ਸ਼ਾਂਤਮਈ ਧਰਨਾ ਲਾਉਣ ਦਿੰਦੇ ਹੋ, ਅਸੀਂ ਸ਼ਾਂਤਮਈ ਧਰਨੇ ਤੇ ਬੈਠੇ ਸੀਗੇ, ਤੇ ਨਾ ਤੁਸੀਂ ਸਾਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਦੇ ਹੋ, ਤੇ ਫਿਰ ਕਰੇ ਕੋਈ ਕੀ। ਉਸ ਵੇਲੇ ਇਹ ਸੰਗਤ ਨੇ ਫੈਸਲਾ ਕੀਤਾ ਵੀ ਆਪਾਂ ਨੂੰ ਕਿੱਦਾਂ ਇਹ ਜਲੀਲ ਕਰ ਰਹੇ ਹੈ, ਦੁਬਾਰਾ ਵਾਅਦਾ ਖਿਲਾਫੀ ਆਪਣੇ ਨਾਲ ਕਰ ਰਹੇ ਹੈ। ਲਓ ਜੀ ਹੁਣ ਬਹਿ ਜਾਓ, ਹੁਣ ਨਹੀਂ ਉੱਠਣਾ, ਜੋ ਮਰਜ਼ੀ ਹੋ ਜੇ। ਤੁਹਾਡੀ 2 ਵਾਰੀ ਕੀਤੀ ਵਾਅਦਾ ਖਿਲਾਫੀ ਤੋਂ ਬਾਅਦ ਇਹ ਫੈਸਲਾ ਕੀਤਾ ਸੰਗਤਾਂ ਨੇ ਵੀ ਹੁਣ ਨਹੀਂ ਉੱਠਦੇ। ਇਹ ਫੈਸਲਾ ਕਰਕੇ ਨਿਤਨੇਮ ਕਰਨ ਲੱਗੇ, ਤੇ ਆ ਸਾਡੇ ਨਾਲ ਬੈਠੇ ਨੇ ਗਿਆਨੀ ਕੇਵਲ ਸਿੰਘ ਜੀ, ਇਹਨਾਂ ਨੇ ਨਿਤਨੇਮ ਸ਼ੁਰੂ ਕੀਤਾ। ਜਿਸ ਵੇਲੇ ਸ਼ੁਰੂ ਹੋ ਗਿਆ ਨਿਤਨੇਮ ਦਾ ਪਾਠ, ਤੇ ਉਸ ਵੇਲੇ ਤੁਸੀਂ ਦਬਾਅ ਪਾਉਂਦੇ ਰਹੇ ਆਸੇ-ਪਾਸੇ ਹੋ ਕੇ ਵੀ ਉੱਠੋ। ਨਿਤਨੇਮ ਪੂਰਾ ਹੋ ਜਾਂਦਾ, ਕਿਹੜਾ ਪਹਾੜ ਡਿੱਗ ਜਾਣਾ ਸੀਗਾ, ਕਿਹੜਾ ਤੁਹਾਡੇ ਤੇ ਪ੍ਰੈਸ਼ਰ ਪੈ ਰਿਹਾ ਸੀ ਪਿੱਛੋਂ ਦੁਬਾਰਾ ਵੀ ਛੇਤੀ ਉਠਾਓ। ਇਹ ਕਾਰਨ ਕੀ ਸੀ? ਸੋ ਨਿਤਨੇਮ ਕਰਦੀਆਂ ਸੰਗਤਾਂ ਤੇ, ਨਿਤਨੇਮ ਅਜੇ ਤੱਕ ਸ਼ੁਰੂ ਹੈ, ਸਾਰਿਆਂ ਨੇ ਰਿਕਾਰਡਿੰਗਾਂ ਦੇਖੀਆਂ, ਤੇ ਫਿਰ ਤੁਹਾਨੂੰ ਪਤਾ ਫਿਰ ਕੀ ਹੋਇਆ। ਨਿਤਨੇਮ ਦੀਆਂ ਕਰਦੀਆਂ ਸੰਗਤਾਂ ਤੇ ਪਾਣੀ ਦੀਆਂ ਵਿਛਾੜਾਂ, ਅਥਰੂ ਗੈਸ ਦੇ ਗੋਲੇ, ਲਾਠੀ ਚਾਰਜ, ਕੁਝ ਸਮੇਂ ਦੇ ਬਾਅਦ ਗੋਲੀਆਂ ਚਲਾ ਦਿੱਤੀਆਂ। ਸੰਗਤਾਂ ਨੂੰ ਪਿੱਛਾ ਕਰਕੇ ਕੁੱਟਿਆ ਗਿਆ ਸੰਗਤਾਂ ਨੂੰ ਪਿੱਛਾ ਕਰਕੇ। ਇੰਨਾ ਜ਼ੁਲਮ, ਐਡਾ ਜ਼ਬਰ, ਨਾ ਸ਼ਾਂਤਮਈ ਧਰਨੇ ਤੇ ਬੈਠਣ ਦਿੱਤਾ, ਨਾ ਸਾਨੂੰ ਗ੍ਰਿਫਤਾਰ ਕੀਤਾ। ਐਡਾ ਜ਼ੁਲਮ ਹੋਇਆ ਉੱਥੇ। ਤੇ ਫਿਰ ਤੁਹਾਨੂੰ ਪਤਾ ਅੱਗੇ ਬਾਈਬਲ ਕਲਾਂ ਕੀ ਹੋਇਆ, 2 ਸਿੰਘ ਸ਼ਹੀਦ ਕਰ ਦਿੱਤੇ ਗੋਲੀਆਂ ਚਲਾ ਕੇ। ਤੇ ਬਾਕੀ ਕਿੰਨੇ ਫੱਟੜ ਹੋਏ, ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਗੁਰਜੀਤ ਸਿੰਘ ਜੀ ਸਰਾਵਾਂ, ਸਾਰਿਆਂ ਨੂੰ ਪਤਾ ਨਾਵਾਂ ਦਾ। ਤੇ ਫਿਰ ਇੱਕੋ ਸਿੰਘ ਸੀ, ਮੇਰੇ ਖਿਆਲ ਬੇਅੰਤ ਸਿੰਘ ਸੀ ਉਹਨਾਂ ਦਾ ਨਾਮ, ਬੇਅੰਤ ਸਿੰਘ। ਹਾਂਜੀ, ਉਹ ਬਹੁਤ ਗਹਿਰੇ ਜ਼ਖਮੀ ਹੋਏ ਸੀ, ਬਹੁਤ ਉਹਨਾਂ ਦੇ ਕਿਡਨੀ ਦੇ ਕੋਲ ਲੱਗਿਆ ਸੀ ਉਹਨਾਂ ਦੇ ਫਾਇਰ। ਸੋ ਹੋਰ ਪਤਾ ਨਹੀਂ ਕਿੰਨੇ ਸਿੰਘ ਫੱਟੜ ਹੋਏ, ਤੇ ਉਹ ਤਾਂ ਇੱਕ ਲਿੰਕ ਰੋਡ ਦੇ ਉੱਤੇ ਬੈਠੇ ਸੀਗੇ। ਫੇਰ ਦੇਖੋ ਏਡੀ ਬੇਸ਼ਰਮੀ, ਆਪਣੀ ਜੀਪ ਦੇ ਉੱਤੇ ਆਪ ਗੋਲੀਆਂ ਮਾਰ ਕੇ, ਚਰਨਜੀਤ ਸ਼ਰਮਾ ਦੀ ਜੀਪ ਦੇ ਉੱਤੇ ਗੋਲੀਆਂ ਮਾਰ ਕੇ ਗੱਲ ਕੀ ਬਣਾਈ, ਕਹਿੰਦੇ ਸੰਗਤਾਂ ਨੇ ਜਿਪਸੀ ਦੇ ਉੱਤੇ ਫਾਇਰਿੰਗ ਕਰਤੀ SSP ਦੇ, ਤੇ ਸਾਨੂੰ ਮਜਬੂਰ ਹੋ ਕੇ ਆਪਣੇ ਬਚਾਅ ਵਾਸਤੇ ਗੋਲੀਆਂ ਚਲਾਉਣੀਆਂ ਪਈਆਂ। ਇਹ ਗੱਲ ਬਣਾਈ ਸੀ ਨਾ। ਇਹ ਤਾਂ ਚਲੋ ਭਲਾ ਹੋਵੇ ਪਿਛਲੀ ਸਿੱਟ ਦਾ, ਜਿਨ੍ਹਾਂ ਨੇ ਕੱਢ ਲਈ ਗੱਲ ਵੀ ਗੋਲੀਆਂ ਇਹਨਾਂ ਨੇ ਆਪ ਮਾਰੀਆਂ ਜਿਪਸੀ 'ਚ ਮੋਟਰ ਗੈਸ ਦੇ ਵਿੱਚ ਲਿਜਾ ਕੇ। ਇਦੋਂ ਵੱਡੀ ਬੇਸ਼ਰਮੀ ਹੋ ਸਕਦੀ ਹੈ ਕੋਈ? ਉਹ ਗੋਲੀਆਂ ਜਿਪਸੀ ਦੇ ਉੱਤੇ ਗੋਲੀਆਂ ਤੱਕ ਮਾਰੇ ਪੁਲਿਸ ਆਪ, ਇੰਨਾ ਫਰਾਡ। ਤੇ ਜੇ ਕਿਤੇ ਗੱਲ ਨਾ ਨਿਕਲੀ ਹੁੰਦੀ ਅੱਜ ਤੱਕ ਵੀ ਗੋਲੀਆਂ ਆਪ ਮਾਰੀਆਂ ਸੀ, ਤੇ ਉਸ ਤੋਂ ਤਾਂ ਸੰਗਤਾਂ ਤੇ ਪਰਚਾ ਸੀ। ਫਿਰ ਤਾਂ ਸੰਗਤਾਂ ਦੇ ਉਹ ਪਰਚਾ ਵੀ ਬਾਈਬਲ ਦਾ ਪਰਚੇ ਵੀ ਸੰਗਤਾਂ ਨੇ ਦਰਜ ਕੀਤਾ। ਜਿਹੜੀਆਂ ਸੰਗਤਾਂ ਪਾਠ ਕਰ ਰਹੀਆਂ ਉਹਨਾਂ ਦੇ ਉੱਤੇ ਵੀ 307 ਦੇ ਪਰਚੇ ਦਰਜ। ਕਮਾਲ ਹੋ ਗਈ, 307 ਦੇ ਪਰਚੇ ਦਰਜ। ਫਿਰ ਉਸ ਤੋਂ ਬਾਅਦ ਨਿਕਲਿਆ ਇਹ ਗੱਲ ਕਿਵੇਂ ਗੋਲੀਆਂ ਟੇਪੜ ਕੀਤੀਆਂ ਗਈਆਂ। ਉਹ ਗੋਲੀਆਂ ਟੇਪੜ ਸਬੂਤ ਮਟਾਉਣ ਵਾਸਤੇ ਤੁਸੀਂ ਕਿਹੜੀ ਕਸਰ ਛੱਡੀ ਹੈ। ਤੇ ਜੇ ਅੱਜ ਤੱਕ ਨਾ ਨਿਕਲਿਆ ਹੁੰਦਾ, ਮੈਂ ਹੁਣ ਵਾਲੀ ਸਿੱਟ ਨੂੰ ਵੀ ਇਹ ਗੱਲ ਕਹਿ ਕੇ ਆਇਆ, ਆਪਣੇ ਸਿੱਟ ਦੇ ਮੁਖੀ ਜੋ ਹੁਣ ਯਾਦਵ, ਹਾਂਜੀ, ਉਹ ਯਾਦਵ ਜੀ ਨੂੰ ਵੀ ਮੈਂ ਮਤਲਬ ਹੁਣ ਦੱਸ ਕੇ ਆਇਆ। ਮੈਂ ਕਿਹਾ ਜੇ ਕਿਤੇ ਨਾ ਨਿਕਲਿਆ ਹੁੰਦਾ ਵੀ ਇਹਨਾਂ ਨੇ ਆਪ ਮਾਰੀਆਂ ਜਿਪਸੀ ਦੇ ਗੋਲੀਆਂ, ਤੁਸੀਂ ਤਾਂ ਇਲਾਕੇ ਦੇ ਸਾਰੇ 12 ਬੋਰ ਵਾਲੇ ਫੜ ਕੇ ਪਤਾ ਨਹੀਂ ਕੀ ਕਰਨਾ ਸੀ ਸਾਰਿਆਂ ਦਾ। ਪਹਿਲਾਂ ਤੁਸੀਂ ਸਾਰੇ 12 ਬੋਰ ਦੇ ਲਾਇਸੈਂਸ ਵਾਲੇ ਇਲਾਕੇ 'ਚੋਂ ਫੜਨੇ ਸੀਗੇ, ਫੜ ਕੇ ਪਤਾ ਨਹੀਂ ਕਿਹਦੇ ਤੇ ਕੇਸ ਬਣਾਉਣੇ ਸੀ ਵੀ ਤੇਰੀ 12 ਬੋਰ 'ਚ ਚੱਲੀਆਂ ਗੋਲੀਆਂ, ਤੇਰੀ 12 ਬੋਰ 'ਚ ਚੱਲੀਆਂ। ਹਲ ਕੀ ਹੋਣਾ ਸੀ ਸਿੰਘਾਂ ਦਾ? ਅੱਜ ਤੱਕ ਤੁਸੀਂ ਇਹ ਕਰਨਾ ਸੀ ਸਾਨੂੰ। ਸੋ ਉਹ ਕਿੱਡਾ ਵੱਡਾ ਫਰਾਡ ਤੁਹਾਡਾ ਨਿਕਲਿਆ, ਕਿੱਡਾ ਵੱਡਾ ਸਾਰਾ ਕੁਝ ਹੋਇਆ। ਸੋ ਫਿਰ ਉਸ ਤੋਂ ਬਾਅਦ ਅੱਗੇ ਆ ਜੋ ਇਹ ਹੋ ਗਿਆ ਬੇਅਦਬੀ ਤੇ ਸੰਗਤਾਂ ਤੇ ਜ਼ਬਰ ਜ਼ੁਲਮ ਹੋ ਗਿਆ। ਉਸ ਤੋਂ ਬਾਅਦ ਫਿਰ ਸੰਗਤਾਂ ਦਾ ਚਲੋ ਪਰਚਾ ਵੀ ਵਾਪਸ ਲਿਆ, ਵੱਖਰਾ ਵਿਸ਼ਾ। ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ, ਪਰ ਉਹ ਪਰਚਾ ਰੱਦ ਨਹੀਂ ਹੋਇਆ। ਫਿਰ ਬੇਸ਼ਰਮੀ, ਉਹ ਪਰਚਾ ਆਪ ਕਹਿ ਕੇ ਉਹ ਰੱਦ ਨਾ ਕੀਤਾ। ਫਿਰ ਅੱਗੇ ਆ ਜਾਓ। ਉਸ ਤੋਂ ਬਾਅਦ ਕੀ ਹੋਇਆ, ਅੱਜ ਜਿਵੇਂ ਰੌਲਾ ਪਾਇਆ ਜਾ ਰਿਹਾ ਹੈ, ਉਸ ਵੇਲੇ ਇਹਨਾਂ ਨੇ ਰੌਲਾ ਪਾਤਾ ਤਾਂ ਬੇਅਦਬੀ ਦੇ ਦੋਸ਼ੀ ਫੜ ਲਏ। ਕੌਣ? ਕਹਿੰਦੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ। ਅੱਜ ਜੋ ਬੀਬੀ ਜੰਗੀਰ ਕੌਰ ਰੌਲਾ ਪਾਉਂਦੀ ਹੈ ਵੀ ਉਸ ਵੇਲੇ ਇਹਨਾਂ ਪ੍ਰਚਾਰਕਾਂ ਨੇ ਖੂਨ ਦੇ ਪਹਿਲੇ ਦੇ ਨਾਲ ਨੇ ਦਬਾਅ ਪਾਤਾ, ਇਹਨੂੰ ਛੱਡੋ ਇੱਦਾਂ ਬੋਲ ਰਹੇ ਸੀਗੇ ਵੀ ਅਸੀਂ ਛੱਡੋ ਕਰਨੀ ਸੀ। ਆਹ ਸੁਣ ਲਾ ਕਿਉਂ ਛੱਡੋ ਕੀਤੀ ਸੀ। ਆਹ ਬੀਬਾ ਜੰਗੀਰ ਕੌਰ ਸੁਣ ਲਾ, ਛੱਡੋ ਕਾਹਤੇ ਕੀਤੀ। ਉਹ ਛੱਡੋ ਕੀਤੀ। ਪਹਿਲਾਂ ਤਾਂ ਜਿਹੜੇ ਦੋਸ਼ ਲਾਏ ਸੀਗੇ ਵੀ ਇਹਨਾਂ ਨੂੰ ਵਿਦੇਸ਼ੀ ਫੰਡਿੰਗ ਹੋਈ ਹੈ, ਉਹ ਝੂਠ ਨਿਕਲਿਆ ਤੁਹਾਡਾ, ਸ਼ਰੇਆਮ ਝੂਠ ਨਹੀਂ ਨਿਕਲਿਆ ਸੀ ਸਾਰਾ ਉਹ। ਫਿਰ ਤੁਸੀਂ ਦੂਜਾ ਝੂਠ ਕੀ ਫੈਲਾਇਆ ਸੀਗਾ? ਦੂਜਾ ਝੂਠ ਵੀ ਪੰਚਾਇਤਾਂ ਦੇ ਸਾਹਮਣੇ ਮੰਨ ਗਏ ਉਹ। ਤੇ ਜਦੋਂ ਅਸੀਂ ਜਾ ਕੇ ਗੱਲ ਕੀਤੀ, ਮੈਂ ਜਾ ਕੇ ਗੱਲ ਕੀਤੀ ਪੰਚਾਇਤ ਨਾਲ, ਸਰਪੰਚ ਨਾਲ, ਪੰਜਗਰਾਈ ਦੇ ਨਾਲ, ਉਸ ਵੇਲੇ ਉਹ ਕਹਿੰਦੇ ਨਹੀਂ ਬਿਲਕੁਲ ਝੂਠ ਹੈ ਜੀ। ਦੂਜਾ ਤੁਹਾਡਾ ਝੂਠ ਨਿਕਲਿਆ ਜਿਹੜਾ ਤੁਸੀਂ
ਝੂਠ ਫੈਲਾਇਆ ਵੀ ਪੰਚਾਇਤਾਂ ਦੇ ਕੋਲੇ ਉਹ ਤਾਂ ਮੰਨ ਗਏ ਜੀ, ਉਹਨਾਂ ਨੂੰ ਜਦੋਂ ਪੰਚਾਇਤ ਨੂੰ ਅਸੀਂ ਲੈ ਕੇ ਗਏ ਉਹਨਾਂ ਨੂੰ ਅੰਦਰ, ਉਹਨਾਂ ਕੋਲ ਉਹਨਾਂ ਤਾਂ ਕਬੂਲ ਕਰ ਲਿਆ ਬੇਅਦਬੀ ਦਾ ਦੋਸ਼। ਇਹ ਤੁਹਾਡਾ ਝੂਠ ਨਿਕਲਿਆ ਕਿ ਨਾ ਨਿਕਲਿਆ। ਤੇ ਤੀਜਾ, ਇਹ ਜਿਹੜੇ ਤੁਸੀਂ ਅੱਜ ਅੰਗਾਂ ਦੀ ਗੱਲ ਘਮਾਉਣੇ ਹੋ, ਉਸ ਵੇਲੇ ਬਰਗਾੜੀ ਵਾਲੀ ਬੇਅਦਬੀ ਦਾ ਕੇਸ ਪਾਉਂਦੀ ਸੀ ਰਵਿੰਦਰ ਸਿੰਘ ਹੋਰਾਂ ਤੇ। ਉਸ ਵੇਲੇ ਕੀ ਗੱਲ ਬਣਾਈ ਸੀ, ਕਹਿੰਦੇ ਜੀ ਬੇਅਦਬੀ ਦੇ ਦੋਸ਼ੀ ਫੜੇ ਗਏ, ਪ੍ਰੈਸ ਕਾਨਫਰੰਸ ਕਰਕੇ ਕਿਹਾ ਉਸ ਵੇਲੇ ਜੋ ਮੇਰਾ ਖਿਆਲ ਮੁਖੀ ਸੀ ਸਿੱਟ ਦੇ ADGP ਇਕਬਾਲਪ੍ਰੀਤ ਸਿੰਘ ਸਹੋਤਾ ਤੇ ਨਾਲ ਸੁਖਬੀਰ ਸਿੰਘ ਬਾਦਲ ਬੈਠਾ ਉਸ ਵੇਲੇ, ਤੇ ਕੀ ਕਿਹਾ, ਕਹਿੰਦੇ ਬੇਅਦਬੀ ਦੇ ਦੋਸ਼ੀ ਫੜੇ ਗਏ, ਕਹਿੰਦੇ 5 ਘਰੇ ਦੇ 2 ਭਰਾ, ਤੇ ਕਹਿੰਦਾ ਮੈਂ ਹੁਣ ਗੁਰਦੁਆਰਾ ਸਾਹਿਬ ਜਾਣਾ ਹਾਂ ਸ਼ੁਕਰਾਨਾ ਕਰਨ ਮਹਾਰਾਜ ਦਾ, ਮਹਾਰਾਜ ਸ਼ੁਕਰਾਨਾ। ਜਦੋਂ ਪਹਿਲੀਆਂ ਸਾਰੀਆਂ ਗੱਲਾਂ ਗਲਤ ਹੋ ਗਈਆਂ, ਵਿਦੇਸ਼ੀ ਫੰਡ ਵਾਲੀਆਂ, ਪੰਚਾਇਤਾਂ ਕੋਲੇ ਮੰਨ ਕੇ ਵਾਲੀਆਂ, ਤੇ ਆਹ ਕੁਝ ਕੀਤਾ, ਉਸ ਤੋਂ ਬਾਅਦ ਅਸੀਂ ਇਹ ਮੋਰਚਾ ਸ਼ੁਰੂ ਕੀਤਾ ਸੀ ਵੀ ਇਹਨਾਂ ਨੂੰ ਵੀ ਛੱਡੋ, ਨਾਲੇ ਮੰਗ ਸ਼ੁਰੂ ਕੀਤੀ ਸੀ ਅਸੀਂ ਵੀ ਨਜਾਇਜ਼ ਕੇਸ ਪਾਇਆ ਜਾ ਰਿਹਾ। ਸਾਰੇ ਪਹਿਲਾਂ ਦੇ ਗੱਪ ਨਿਕਲ ਚੁੱਕਾ ਜੀ ਤੁਹਾਡੇ। ਤੁਸੀਂ ਪ੍ਰੈਸ ਕਾਨਫਰੰਸ ਕਰਕੇ ਕਿੱਡਾ ਵੱਡਾ ਝੂਠ ਬੋਲਿਆ ਉਸ ਵੇਲੇ, ਜਦ ਕਿ ਫੋਨ ਦੀ ਤੁਹਾਨੂੰ ਅੰਦਰ ਖਾਤੇ ਗੱਲ ਕਲੀਅਰ ਹੋ ਗਈ ਸਾਰੀ ਵੀ ਫੋਨ ਦੇ ਉੱਤੇ ਕੀ ਗੱਲਬਾਤ ਸੀ। ਇਹ ਅੰਦਰ ਖਾਤੇ ਪੁਲਿਸ ਅਫਸਰ ਨੇ ਕਲੀਅਰ ਕਰ ਚੁੱਕੇ ਸੀ ਸਾਰਾ ਕੁਝ। ਇਹ ਨਹੀਂ ਵੀ ਦੇਰ ਲੱਗਦੀ ਹੁੰਦੀ ਆਪਣੀ ਫੋਨ ਨੂੰ। ਫਿਰ ਉਸ ਤੋਂ ਬਾਅਦ ਕੀ ਹੋਇਆ, ਜਿਹੜੇ ਅੱਜ ਗੱਲਾਂ ਕਰਦੇ ਨੇ ਵੀ ਦੋਸ਼ੀ ਨੇ ਜੀ, ਧਰਨੇ ਵਾਲੇ ਦੋਸ਼ੀ ਨੇ ਜੀ, ਅੱਜ ਕਿਹਾ ਜਾ ਰਿਹਾ ਨਾ ਧਰਨੇ ਵਾਲੇ ਦੋਸ਼ੀ। ਜਗੀਰ ਕੌਰ ਵੀ ਗੱਲ ਕਹਿੰਦੀ ਹੈ। ਮੈਂ ਪੁੱਛਣਾ ਚਾਹੁੰਦਾ, ਜੋਰਾ ਸਿੰਘ ਕਮਿਸ਼ਨ ਤੁਸੀਂ ਬਣਾਇਆ ਸੀ ਨਾ, ਤੇ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤੁਹਾਡੇ ਆ ਬਣਾਇਆ ਕਮਿਸ਼ਨ ਬਾਦਲ ਸਰਕਾਰ ਵਾਲਾ, ਤੁਸੀਂ ਰਿਪੋਰਟ ਕਰ ਦਿੰਦੇ ਯਾਰੀ ਹੋ, ਕੀ ਗੱਲ। ਜੋਰਾ ਸਿੰਘ ਕਮਿਸ਼ਨ, ਜੋਰਾ ਸਿੰਘ ਤਾਂ ਹੁਣ ਮਗਰੋਂ ਵੀ ਬਿਆਨ ਦਿੰਦਾ ਹੈ, ਕਹਿੰਦੇ ਉਹ ਸਰਕਾਰ ਤਾਂ ਕਹਿੰਦੇ ਇਹ ਮਾਮਲਾ ਹੱਲ ਕਰਨਾ ਚਾਹੁੰਦੀ ਹੋਈ ਨਹੀਂ ਸੀਗੀ। ਜੋਰਾ ਸਿੰਘ ਅੱਜ ਕਹਿ ਰਿਹਾ, ਜਸਟਿਸ ਜੋਰਾ ਸਿੰਘ ਜੀ ਅੱਜ ਕਹਿ ਰਹੇ ਨੇ ਅੱਜ, ਤੇ ਉਹ ਤੁਸੀਂ ਕਿਉਂ ਨਹੀਂ ਜਾਰੀ ਕੀਤੀ, ਉਹ ਕਰ ਦਿੰਦੇ। ਉਸ ਤੋਂ ਬਾਅਦ ਜਸਟਿਸ ਜੀਤ ਸਿੰਘ ਕਮਿਸ਼ਨ ਬਣਿਆ, ਕਿੰਨੀਆਂ ਸਿੱਟਾਂ ਬਣੀਆਂ, ਧਰਨੇ ਵਾਲਿਆਂ ਨੂੰ ਕਿਹਨੇ ਦੋਸ਼ੀ ਮੰਨਿਆ ਦੱਸੋ। ਧਰਨਾਕਾਰੀਆਂ ਨੂੰ, ਪ੍ਰਚਾਰਕਾਂ ਨੂੰ ਤੁਸੀਂ ਕੋਈ ਖੌਤੀ ਪ੍ਰਚਾਰਕਾ ਦੱਸ ਦਿਓ, ਕੋਈ ਕੁਛ ਦੱਸ ਦਿਓ, ਤੇ ਉਹਨੂੰ ਦੱਸੋ ਮੈਨੂੰ ਕਿਹਨੇ, ਕਿਹੜੀ ਸਿੱਟ ਨੇ, ਕਿਹੜੇ ਕਮਿਸ਼ਨ ਨੇ ਦੋਸ਼ੀ ਮੰਨਿਆ ਕਿਸੇ ਧਰਨਾਕਾਰੀ ਨੂੰ ਅੱਜ ਤੱਕ ਦੱਸੋ, ਜਿੰਨੀਆਂ ਹੁਣ ਤੱਕ ਜਾਂਚਾਂ ਹੋ ਗਈਆਂ। ਕਿਤੇ ਆਇਆ ਕਿਸੇ ਦਾ ਕੋਈ ਕਸੂਰ। ਸੋ ਕਿੱਡਾ ਵੱਡਾ ਕਹਿਣ ਦਾ ਭਾਵ, ਬਾਰ-ਬਾਰ ਕਿੱਡਾ ਵੱਡਾ ਝੂਠ ਬੋਲਿਆ ਜਾ ਰਿਹਾ ਹੈ। ਸੋ ਇਹ ਸਾਰੇ ਝੂਠ ਹੈ ਜਿਹੜੇ, ਇਹਨਾਂ ਤੋਂ ਅਸੀਂ ਸੰਗਤਾਂ ਨੂੰ ਸੁਚੇਤ ਕਰਦੇ ਹਾਂ। ਤੇ ਮੈਨੂੰ ਸਮਝ ਨਹੀਂ ਆਉਂਦੀ ਵੋਟਾਂ ਵੇਲੇ ਆ ਕੇ ਇਹਨਾਂ ਵੱਲੋਂ ਜਥੇਦਾਰ ਇੱਕ ਦਿਨ ਪਹਿਲਾਂ ਬਿਆਨ ਦੇ ਰਿਹਾ ਕਿ ਇਹਦਾ ਜੀ ਰਾਜਨੀਤੀਕਰਨ ਨਾ ਕੀਤਾ ਜਾਵੇ, ਤੇ ਆਪ ਹੀ ਅਕਾਲ ਤਖ਼ਤ ਸਾਹਿਬ ਦੀ ਮਹਾਂਸਭਾ ਤੇ ਇਕੱਠੇ ਹੋ ਕੇ ਇੱਕ ਰਾਜਨੀਤਿਕ ਦਲ ਦੇ ਬੁਲਾਰੇ ਬਣ ਗਏ। ਆ ਬੁਲਾਰੇ ਬਣ ਕੇ ਬੋਲ ਰਹੇ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਦਲ ਬਾਦਲ ਦੇ ਬੀਬੀ ਜੰਗੀਰ ਕੌਰ ਜਿਹੜੀ ਕਹਿੰਦੀ ਪ੍ਰਧਾਨ ਸ਼੍ਰੋਮਣੀ ਕਮੇਟੀ, ਆ ਜਥੇਦਾਰ ਹਰਪ੍ਰੀਤ ਸਿੰਘ ਤੇ ਸਾਬਕਾ IG ਖੱਟੜਾ ਬੋਲ ਰਹੇ ਨੇ ਅਕਾਲ ਸਾਹਿਬ ਤੇ ਖੜ ਕੇ, ਤੇ ਬੁਲਾਰੇ ਬਣ ਰਹੇ ਨੇ ਬਾਦਲ ਅਕਾਲੀ ਦਲ ਦੇ। ਐਡੇ ਪਵਿੱਤਰ ਸਥਾਨ ਦੇ ਉੱਤੇ ਖੜ ਕੇ ਕਿਤੇ ਹੋਰ ਕਰ ਲੈਂਦੇ ਸੀ ਮੀਟਿੰਗ, ਕਿਤੇ ਮੀਟਿੰਗ ਹੋਰ ਕਰ ਲੈਣੀ ਸੀ, ਐਡੇ ਪਵਿੱਤਰ ਸਥਾਨ ਦੇ ਉੱਤੇ ਖੜ ਕੇ ਤਾਂ ਝੂਠ ਤੂਫਾਨ ਨਾ ਬੋਲਦੇ, ਕੁਫਰ ਨਾ ਤੋਲਦੇ। ਇਹ ਤਾਂ ਸ਼ਰਮ ਮੰਨਣੀ ਚਾਹੀਦੀ ਸੀ। ਸੋ ਇਹ ਨੁਕਤੇ ਆ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਨੇ, ਤੇ ਨਾਲ ਕੋਈ ਨੁਕਤਾ ਸਿੰਘ ਮੈਨੂੰ ਰਹਿ ਗਿਆ ਤਾਂ ਮੈਨੂੰ ਧਿਆਨ ਚ ਕਰਾ ਦਿਓ। ਜਿਹੜਾ 295 ਹਾਂ, ਇੱਕ ਹੋਰ ਰਿਹਾ ਨੁਕਤਾ ਮੈਨੂੰ ਸਤਨਾਮ ਸਿੰਘ ਯਾਦ ਕਰਾਤਾ। ਅੱਜ ਥੱਲੇ ਬੈਠਾ ਇੱਕ ਵੀਡੀਓ ਦੇਖਣ ਚ ਆਈ, ਹਰਪ੍ਰੀਤ ਸਿੰਘ ਬੋਲਦਾ ਹੈ ਇਹਨਾਂ ਦੀ ਇਹ 295 ਦਾ ਕੇਸ ਨਹੀਂ ਦਰਜ ਹੋਣਾ ਚਾਹੀਦਾ। ਕਿੰਨਾਂ ਦੇ ਉੱਤੇ? ਪਹਿਲਾਂ ਸਿੱਧ ਕਰੋ, ਜੋ ਕਿਹਾ ਸਿੱਧ ਕਰੋ, ਜੋ ਕਿਹਾ ਉਹ ਆਪਣੀ ਗੱਲ ਸਾਰੀ ਦੱਸ ਚੁੱਕੇ ਨੇ। ਪਹਿਲਾਂ ਤਾਂ ਜੋ ਕਿਹਾ ਉਹ ਸਿੱਧ ਕੀਤਾ ਜਾਵੇ। ਕਿਹੜਾ 200? ਮੈਂ ਪੁੱਛਣਾ ਚਾਹੁੰਦਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ 328 ਸਰੂਪ ਉਹ 295 ਦੇ ਪਰਚੇ ਕਿਹਦੇ ਦਰਜ ਕਰੋਗੇ? ਇੱਕ ਨੇ ਤਾਂ ਵੇਚੇ ਨਹੀਂ, ਉਹ ਮਹਾਰਾਜ ਦੇ ਸਰੂਪ ਹੀ ਵੇਚਤੇ। ਤੇ ਤੁਹਾਡੀ ਗੁੰਡਾ ਫੋਰਸ ਨੇ ਉਹ ਸਰੂਪਾਂ ਦੀ ਖੋਜ ਮੰਗਦੇ ਵੀ ਕਿੱਥੇ ਗਏ ਸਰੂਪ, ਤੇ ਉਹ ਕਿਵੇਂ ਕੁੱਟੇ, ਕਿਵੇਂ ਦਸਤਾਰਾਂ ਲਾਈਆਂ, ਕਿਵੇਂ ਬੇਅਦਬੀਆਂ, ਉਹ ਨਹੀਂ ਉਹ ਕਿਹਦੇ ਕਰੋਗੇ? ਉਹਨਾਂ ਦੇ ਵਿੱਚੋਂ ਦੱਸੋ ਮੈਨੂੰ 295 ਦਾ ਪਰਚਾ ਕਿਹਦੇ ਦਰਜ ਕਰੋਗੇ? ਜਿਹੜੀ ਤੁਹਾਡੀ ਗੁੰਡਾ ਫੋਰਸ ਨੇ ਕੀ ਕੁਛ ਕੀਤਾ? ਉਹ 328 ਸਰੂਪਾਂ ਦੇ ਪਰਚੇ ਕਿਹਦੇ ਦਰਜ ਕਰਨੇ ਦੱਸੋਗੇ? ਜਿਹੜਾ ਤੁਸੀਂ ਬਣਾਇਆ ਸੀ ਭਾਈ ਈਸ਼ਰ ਸਿੰਘ ਵਾਲਾ ਕਮਿਸ਼ਨ, ਉਹਦੀ ਰਿਪੋਰਟ ਕਿਹੜੀ ਜਾਰੀ ਕਰਤੀ? ਉਹਨੇ ਤਾਂ ਕਿਹਾ ਸੀ ਫੌਜਦਾਰੀ ਮੁਕੱਦਮੇ ਕਰਾਓ ਦਰਜ ਇਹਨਾਂ ਦੇ ਉੱਤੇ, ਤੇ ਕੋਹਲੀ ਤੋਂ ਲੈ ਲਏ ਪੈਸੇ ਵਾਪਸ, ਜਿਹਨੂੰ ਕਰੋੜਾਂ ਰੁਪਈਆ ਦਿੱਤਾ, ਜਿਹੜਾ ਕਹਿੰਦੇ ਅਸੀਂ ਵਾਪਸ ਲਵਾਂਗੇ ਪੈਸੇ, ਲੈ ਲਏ ਵਾਪਸ ਉਹ। ਫਿਰ ਕਿਸੇ ਦਿਨ ਐਕਸ਼ਨ ਲਵਾਂਗੇ ਉਹਦਾ 328 ਸਰੂਪਾਂ ਵਾਲਾ। ਫਿਰ ਅਗਲੀ ਗੱਲ, ਆ ਜੰਗੀਰ ਕੌਰ ਕਹਿੰਦੀ ਉਹ ਗੱਲਾਂ ਨਹੀਂ ਕਰਦੇ ਜਦੋਂ ਕਾਂਗਰਸ ਨੇ ਹਮਲਾ ਕੀਤਾ ਤੇ ਸਰੂਪ ਕੌਣ ਨਹੀਂ ਕਰਦੇ? ਉਹ ਹਰ ਵਾਰ ਗੱਲਾਂ ਕਰਦੇ ਆ। ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਉਸ ਵਿਸ਼ੇ ਉਦੋਂ ਤਾਂ ਗੱਲ ਹੁੰਦੀ ਹੈ, ਹਮੇਸ਼ਾ ਅਸੀਂ ਗੱਲ ਕਰਦੇ ਹਾਂ ਵੀ ਉਸ ਵੇਲੇ ਸਾਰਾ ਕਤਲੇਆਮ ਹੋਇਆ, ਹਮੇਸ਼ਾ ਅਸੀਂ, ਕੌਣ ਨਹੀਂ ਗੱਲ ਕਰਦਾ ਇਹ? ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਉਹਨਾਂ ਪਿੰਡ ਤੇ ਕੰਮ ਕੀਤਾ ਕੋਈ ਸ਼ੱਕ ਨਹੀਂ, ਰੈਫਰੈਂਸ ਲਾਇਬ੍ਰੇਰੀ ਲੁੱਟ ਕੇ ਲੈ ਗਏ, ਸਾਡੀ ਕੋਈ ਸ਼ੱਕ ਨਹੀਂ। ਪਰ ਜਿਹੜੀ ਮੋੜਤੀ ਉਹ ਜਿਹੜਾ ਮੋੜ ਦਿੱਤੀਆਂ ਸੀ ਜਿਹੜੀਆਂ ਰੈਫਰੈਂਸ ਲਾਇਬ੍ਰੇਰੀ ਦੀਆਂ, ਉਹ ਕਦੋਂ ਦੱਸੋਗੇ? ਉਹ ਬਸ਼ਰਮੋਂ ਜਿਹੜੀ ਕਮੇਟੀ ਬਣਾਈ ਸੀ ਰੈਫਰੈਂਸ ਲਾਇਬ੍ਰੇਰੀ ਦੇ ਉੱਤੇ, ਦੱਸੋ ਕਿੰਨੀਆਂ ਮੀਟਿੰਗਾਂ ਹੋਈਆਂ?
ਦੱਸੋ ਕਿਹੜੀ ਰਿਪੋਰਟ ਦਿੱਤੀ ਤੁਸੀਂ? ਦਿੱਤੀ ਕੋਈ ਰਿਪੋਰਟ ਉਹਦੀ? ਤੇ ਜਥੇਦਾਰ ਨੂੰ ਪੁੱਛਣਾ ਚਾਹੁੰਦੇ ਉਹ ਜਿਹੜੇ ਰੈਫਰੈਂਸ ਲਾਇਬ੍ਰੇਰੀ ਦਾ ਵਾਪਸ ਆਇਆ ਹੋਇਆ ਖਜ਼ਾਨਾ ਜਿਨ੍ਹਾਂ ਨੇ ਖੁਰਦ-ਬੁਰਦ ਕਰ ਦਿੱਤਾ, ਉਹ ਜਥੇਦਾਰਾ ਤੂੰ ਜਾ ਕੇ ਆਪ ਲਿਖਵਾਏਂਗਾ ਉਹਨਾਂ ਤੇ 295 ਆਪਣੇ ਵੱਲੋਂ ਕਰਾਏਗਾ ਪਰਚਾ ਦਰਜ? ਕਿਤੇ ਕਰਾਇਆ ਦੱਸੋ ਤੁਸੀਂ। ਸੋ ਉਸ ਵੇਲੇ ਦੀਆਂ ਸਾਰੀਆਂ ਗਿਣਤੀਆਂ ਜੋ ਆਪਣਾ ਮਤਲਬ ਪ੍ਰਕਾਸ਼ ਸਥਾਨ ਦੇ ਉੱਤੇ ਜੋ ਗੁਰਦੁਆਰਾ ਰਾਮਸਰ ਸਾਹਿਬ ਰਾਮਸਰ ਸਾਹਿਬ ਜੋ ਮੇਨ ਪ੍ਰੈਸ ਹੈ ਉੱਥੇ ਦੇ ਉਸ ਵੇਲੇ ਅਗਨੀ ਦੀ ਘਟਨਾ ਵਾਪਰੀ, ਉਸ ਤੋਂ ਬਾਅਦ ਵੀ ਉਹ ਗਿਣਤੀਆਂ ਨੂੰ ਕਿਵੇਂ ਛੁਪਾਇਆ ਗਿਆ? ਅਗਰ ਨੇ ਭੇਟ ਹੋਏ ਸਰੂਪਾਂ ਦੀਆਂ ਗਿਣਤੀਆਂ ਨੂੰ ਕਿਉਂ ਛੁਪਾਇਆ? ਕਾਰਨ ਕੀ ਸੀ ਉਹਦੇ ਵਿੱਚ? ਕਿੱਦਾਂ ਉਹਦੇ ਵਿੱਚ ਹੋਰ ਸਰੂਪ ਛਾਪ ਕੇ ਆਸੇ-ਪਾਸੇ ਤੋਂ ਬਿਨਾਂ ਰਿਕਾਰਡ ਤੋਂ ਵਿਚਰ ਲਾਉਣ ਦੀ ਕੋਸ਼ਿਸ਼ ਕੀਤੀ? ਉਹ ਕਦੋਂ ਕਰਾਉਂਗੇ ਦਰਜ? 295 A ਕਦੋਂ ਕਰਾਉਂਗੇ ਦਰਜ ਉਹਨਾਂ ਦੇ ਉੱਤੇ? ਸੋਚੋ, ਥੱਲਿਓਂ ਬੈਠ ਕੇ ਇੱਕ ਕੌਮ ਦੇ ਜਥੇਦਾਰ ਦਾ ਕਰਾ ਦਿੰਦਾ, ਥੱਲਿਓਂ ਬੈਠੇ ਇਦਾਂ ਜੇ ਬੋਲਣਾ, ਫਿਰ ਜੀ ਦਰਜ ਨਹੀਂ ਹੋਣਾ ਜੇ 295 A ਤਾਂ ਫਿਰ ਉਦੋਂ ਦਰਜ ਹੀ ਸਾਰਾ ਕੁਛ ਕਰ ਲੈਂਦੇ, ਸਾਰਾ ਕੁਛ ਸਬੂਤ ਪੇਸ਼ ਕਰਦੇ ਜੋ ਦੋਸ਼ ਲਾਏ ਨੇ ਅੱਜ। ਸੋ ਇਹਨਾਂ ਗੱਲਾਂ ਨੂੰ ਸਮਝਣਾ, ਕੋਈ ਆਪਣਾ ਥੋੜਾ ਜਿਹਾ ਆਪਣੀ ਪਦਵੀ ਦਾ ਜਾਂ ਉਹਦਾ ਖਿਆਲ ਰੱਖਿਆ ਜਾਵੇ। ਪਰ ਅਫਸੋਸ ਅੱਜ ਮਤਲਬ ਇੱਕ ਰਾਜਨੀਤਿਕ ਪਾਰਟੀ ਦੇ ਬੁਲਾਰੇ ਬਣ ਕੇ ਬੋਲ ਰਹੇ ਨੇ ਇਹ ਲੋਕ। ਇਹਨਾਂ ਲੋਕਾਂ ਤੋਂ ਸੁਚੇਤ ਹੋਣਾ ਤੇ ਇਹ ਰਾਜਨੀਤੀ ਇਹਨਾਂ ਨੇ ਸ਼ੁਰੂ ਕੀਤੀ, ਅਸੀਂ ਨਹੀਂ ਸ਼ੁਰੂ ਕੀਤੀ। ਅਸੀਂ ਅੱਜ ਤੱਕ ਕਦੇ ਬੋਲੇ ਕਿਉਂ? ਸਾਨੂੰ ਪਤਾ ਸੀ ਵੀ ਗੱਲ ਰਾਜਨੀਤੀ ਦੇ ਵਿੱਚ ਇਹਨਾਂ ਨੇ ਪਾ ਦਿੱਤੀ ਹੈ ਤੇ ਚੁੱਪ ਭਲੀ ਹੈ। ਨਿਆਂ ਅਸੀਂ ਮੰਗਦੇ ਰਹੇ ਵਾਰ-ਵਾਰ, ਪਰ ਅੱਜ ਅਸੀਂ ਪਹਿਲੀ ਵਾਰ ਤੁਹਾਡੇ ਸਾਹਮਣੇ ਆਏ ਹਾਂ। ਇਸ ਕਰਕੇ ਹੁਣ ਇਹਨਾਂ ਨੇ ਨਵੀਂ ਰਾਜਨੀਤੀ ਸ਼ੁਰੂ ਕੀਤੀ ਹੈ, ਆਪ ਅਕਾਲ ਤਖਤ ਸਾਹਿਬ ਤੋਂ ਵਰਤ ਕੇ, ਉਹ ਵੀ ਆ ਵੋਟਾਂ ਦੇ ਨੇੜੇ ਆ ਕੇ, ਤੇ ਅੱਗੇ ਪਤਾ ਨਹੀਂ ਕੀ ਕੁਛ ਇਹਨਾਂ ਨੇ ਕਰਨਾ ਹੈ, ਕੀ ਕੁਫਰ ਤੋਲਣੇ ਹੈ। ਇਸ ਕਰਕੇ ਅਸੀਂ ਇਹਨਾਂ ਦੇ ਕੁਫਰਾਂ ਤੋਂ ਸੁਚੇਤ ਹੋਣਾ ਹੈ, ਬਚਣਾ ਹੈ। ਆਖਰ ਦੇ ਉੱਤੇ ਕੈਪਟਨ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਭਗੌੜੇ ਨੇ ਤਿੰਨ ਇਹਨਾਂ ਦੇ ਸਾਸੇ ਦੀ ਕਮੇਟੀ ਵਾਲੇ, ਉਹ ਕੀ ਨਾਂ ਹੈ ਉਹਨਾਂ ਦੇ, ਸੁਖਵਿੰਦਰ ਸਿੰਘ ਰੰਧਾਵਾ, ਨਹੀਂ ਹਰਸ਼ ਧੂਰੀ ਤੇ ਉਹ ਸਾਰਾ 2-3 ਬੰਦੇ, ਉਹਨਾਂ ਭਗੌੜਿਆਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ। ਤੇ ਉਸ ਤੋਂ ਬਾਅਦ ਫਿਰ ਅੱਗੇ ਉਹ ਦੱਸਣਗੇ ਸੌਦਾ ਸਾਧ, ਉਹਨੂੰ ਲਿਆ ਕੇ ਇੱਥੇ ਬਰੰਟ ਦੇ ਉੱਤੇ ਤੇ ਉਹ ਤੋਂ ਸਖਤੀ ਨਾਲ ਪੁੱਛਗਿੱਛ ਖਾਰਿਜ ਕੀਤੀ ਜਾਵੇ। ਸੋ ਇਹ ਇੱਥੋਂ ਤੱਕ ਇਹ ਸਿਰੇ ਕੇਸ ਲੱਗਣਾ ਹੈ, ਜਾ ਕੇ ਸੌਦਾ ਸਾਧ ਤੱਕ, ਉਹ ਡੇਰਾ ਮੁਖੀ ਤੱਕ ਜਾ ਕੇ ਕੇਸ ਲੱਗਣਾ ਹੈ। ਤੇ ਇਸ ਕਰਕੇ ਸਰਕਾਰ ਵੀ ਆਪਣਾ ਜਲਦ ਤੋਂ ਜਲਦ ਯਤਨ ਕਰੇ ਤੇ ਨਾਲ ਜਿਹੜੇ ਕੋਟਕਪੂਰਾ ਗੋਲੀਕਾਂਡ ਅਤੇ ਬਹਿਬਲ ਗੋਲੀਕਾਂਡ, ਕਿ ਜਲਦ ਤੋਂ ਜਲਦੀ ਸੰਗਤਾਂ ਨੂੰ ਇਨਸਾਫ ਦਿੱਤਾ ਜਾਵੇ, ਕਿਉਂਕਿ ਦੇਰ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ। ਤੇ ਨਾਲ ਵੈਸੇ ਤਾਂ ਫਰਜ਼ੀ ਬਣਦਾ ਇਨਸਾਫ ਦੀਆਂ ਸਰਕਾਰਾਂ ਦਾ, ਪਰ ਤੁਸੀਂ ਤਾਂ ਗੁਟਕਾ ਮੱਥੇ ਨੂੰ ਹੱਥ ਲਾ ਕੇ ਕਸਮ ਖਾ ਕੇ ਗਿਆ ਸੀ ਅਮਰਿੰਦਰ ਸਿੰਘ ਜੀ, ਤੁਸੀਂ ਕਿਹਾ ਸੀ ਕਿ ਕੁਝ ਦਿਨਾਂ ਦੇ ਵਿੱਚ, ਕੁਝ ਮਹੀਨਿਆਂ ਦੇ ਵਿੱਚ ਹੀ ਇਨਸਾਫ ਦੇਵਾਂਗੇ, ਤੇ 4.5 ਸਾਲ ਲੰਘ ਚੁੱਕੇ ਨੇ। ਆਪਣੀ ਉਹ ਖਾਧੀ ਕਸਮ ਨੂੰ ਯਾਦ ਕਰੋ ਤੇ ਜਲਦ ਤੋਂ ਜਲਦੀ ਇਹ ਸਾਰਾ ਜਿਹੜਾ ਕਾਂਡ ਹੈ ਇਹਦਾ ਇਨਸਾਫ ਸੰਗਤਾਂ ਨੂੰ ਦਿੱਤਾ ਜਾਵੇ। ਤੇ ਨਾਲ ਮੈਂ ਦੱਸਣਾ ਚਾਹੁੰਦਾ, ਜਗੀਰ ਕੌਰ ਜਿਹੜਾ ਕਹਿੰਦੇ ਨਾ ਬਾਰ-ਬਾਰ ਆ ਰਾਮ ਰਹੀਮ ਜਾਂ ਰਾਮ ਰਹੀਮ ਕੌਣ ਹੈ, ਇਹ ਨਾ ਰਾਮ ਨਾ ਰਹੀਮ, ਇਹ ਰਾਮ ਰਹੀਮ ਉਹੀ ਹੈ ਜਿਹਦੇ ਵਾਸਤੇ ਤੇਰੇ ਆਕਿਆਂ ਨੇ ਅਕਾਲ ਤਖਤ ਸਾਹਿਬ ਦੀ ਸੰਸਥਾ ਦਾਅ ਤੇ ਲਾਈ। ਕਦੇ ਮਾਫੀ ਕਦੇ ਵਾਪਸ, ਉਹਨੂੰ ਛੇਕਣ ਤੋਂ ਬਾਅਦ ਵੀ ਡੇਰਿਆਂ ਤੇ ਵੋਟਾਂ ਤੱਕ ਮੰਗਣ ਗਏ ਤੇ ਇੱਥੇ ਸੰਗਤਾਂ ਕਰਾਉਣ ਤੱਕ ਦੀਆਂ ਗੱਲਾਂ ਕੀਤੀਆਂ, ਉਹਦੀਆਂ ਸੰਗਤਾਂ ਕਰਾਉਣ ਦੀਆਂ ਗੱਲਾਂ ਤੱਕ ਕੀਤੀਆਂ, ਸੰਗਤਾਂ ਕਰਾਉਣ ਤੱਕ ਦੀਆਂ। ਸੋ ਇਹ ਗੱਲਾਂ ਯਾਦ ਰੱਖਿਓ। ਹੁਣ ਸਾਡੇ ਨਾਲ ਬੈਠੇ ਨੇ ਗਿਆਨੀ ਕੇਵਲ ਸਿੰਘ ਜੀ, ਇਹ ਵੀ ਕੁਝ ਗੱਲਾਂ ਤੁਹਾਡੇ ਨਾਲ ਇਸੇ ਵਿਸ਼ੇ ਵਿੱਚ ਸਾਂਝੀਆਂ ਕਰਨਗੇ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦਾ ਬਹੁਤ ਵੱਡਾ ਦੁਖਾਂਤ ਹੈ ਕਿ ਸਾਡੇ ਕੋਲ ਪ੍ਰਬੰਧਕੀ ਅਯੋਗਤਾ ਹੋਣ ਕਰਕੇ ਕੌਮ ਦੀਆਂ ਸਾਡੀਆਂ ਮਹਾਨ ਸੰਸਥਾਵਾਂ ਜਿਹੜੀਆਂ ਨੇ ਉਹ ਸਿਆਸੀ ਧੜਿਆਂ ਦੇ ਹਿੱਤ ਵਿੱਚ ਵਰਤੀਆਂ ਜਾਣ ਦਾ ਇੱਕ ਲੰਮੇ ਸਮੇਂ ਤੋਂ ਸਿਲਸਿਲਾ ਜਾਰੀ। ਆਪਾਂ 2015 'ਚ ਵੀ ਦੇਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਸੌਦਾ ਸਾਧ ਦੀ ਮਾਫੀ ਵਾਸਤੇ ਬਾਦਲ ਕਿਆਂ ਨੇ ਰੱਜ ਕੇ ਕੀਤੀ, ਜਥੇਦਾਰ ਵਰਤੇ ਤੇ ਸੌਦਾ ਸਾਧ ਨੂੰ ਮਾਫੀ ਦੇ ਕੇ ਬਹੁਤ ਵੱਡਾ ਪਾਪ ਕਰਮ ਕੌਮ ਨਾਲ ਧੋਖਾ ਕੀਤਾ। ਉਸ ਤੋਂ ਬਾਅਦ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਜਾਂਦੀ ਹੈ ਤਾਂ ਉਸ ਮੌਕੇ ਗੁਰੂ ਕੀ ਸੰਗਤ ਨੇ ਗੁਰੂ ਦੇ ਸਨਮਾਨ ਵਿੱਚ ਕੋਟਕਪੂਰਾ ਚੌਂਕ ਦੇ ਵਿੱਚ 12 ਅਕਤੂਬਰ ਨੂੰ ਭਾਈ ਪੰਥਪ੍ਰੀਤ ਸਿੰਘ ਜੀ, ਭਾਈ ਰਣਜੀਤ ਸਿੰਘ ਜੀ ਤੇ ਹੋਰ ਪ੍ਰਚਾਰਕਾਂ ਨੂੰ ਨਾਲ ਲੈ ਕੇ, ਸੰਗਤ ਨੂੰ ਨਾਲ ਲੈ ਕੇ ਆਪਣੀ ਇੱਕ ਭਾਵਨਾਵਾਂ ਦਾ ਪ੍ਰਗਟਾਵਾ, ਗੁਰੂ ਦੇ ਹਿੱਤ ਦਾ ਪ੍ਰਗਟਾਵਾ ਕਰਨ ਦੇ ਲਈ ਉੱਥੇ ਬੈਠੇ ਸਨ। ਸਾਨੂੰ ਜਦੋਂ ਖਬਰ ਮਿਲਦੀ ਹੈ ਉਹ 12 ਤਰੀਕ ਰਾਤ ਨੂੰ ਸਾਨੂੰ ਪਤਾ ਲੱਗਦਾ ਹੈ, ਦਾਸ ਲੁਧਿਆਣੇ ਸੀ, ਭਾਈ ਸਰਬਜੀਤ ਸਿੰਘ ਧੁੰਦਾ ਜੀ, ਅਸੀਂ ਲੁਧਿਆਣੇ ਸੀ, ਉੱਥੇ ਪਤਾ ਲੱਗਿਆ ਕਿਸ ਤਰ੍ਹਾਂ ਕਰਕੇ ਅੱਜ ਬਹੁਤ ਵੱਡਾ ਭਾਣਾ ਵਾਪਰੇ, ਵਰਤਾਇਆ ਗਿਆ ਹੈ। ਤਾਂ ਅਸੀਂ ਉਸੇ ਵੇਲੇ ਫੈਸਲਾ ਕੀਤਾ
ਕਿ ਅਸੀਂ ਸਵੇਰੇ ਧਰਨੇ ਵਿੱਚ ਰਾਤੋਂ ਰਾਤ ਜਾਈਏ, ਪਰ ਸਾਨੂੰ ਪਤਾ ਲੱਗ ਗਿਆ ਕਿ ਪੁਲਿਸ ਨੇ ਜਿੰਨੇ ਵੀ ਸੰਗਤ ਬੈਠੀ ਸੀ ਉਹਨੂੰ ਜ਼ਬਰਦਸਤੀ ਰਾਤ ਨੂੰ ਚੁੱਕ ਲਿਆ ਅਤੇ ਚੁੱਕ ਕੇ ਵੱਖ-ਵੱਖ ਥਾਣਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਅਸੀਂ ਸਵੇਰੇ ਸੰਪਰਕ ਕੀਤਾ ਭਾਈ ਪੰਥਪ੍ਰੀਤ ਸਿੰਘ ਜੀ ਨਾਲ, ਤਾਂ ਇਹ ਉਸ ਮੌਕੇ ਮਮਦੋਟ ਥਾਣੇ 'ਚ ਬੋਲ ਰਹੇ ਸਨ ਕਿ ਮੈਨੂੰ ਤੇ ਰਾਤ ਇੱਥੇ ਲੈ ਆਂਦਾ, ਸਾਥੀ ਇੱਥੇ ਲੈ ਆਂਦੇ ਨੇ, ਤੁਸੀਂ ਸਵੇਰੇ ਆ ਜਾਇਓ। ਅਸੀਂ ਸਵੇਰੇ ਉੱਥੇ ਪਹੁੰਚਦੇ ਹਾਂ। ਦੁਬਾਰਾ ਸੰਗਤ ਨੇ ਫੈਸਲਾ ਕਰਕੇ ਫਿਰ ਬੱਤੀਆਂ ਵਾਲੇ ਚੌਂਕ ਵਿੱਚ ਬਹਿ ਕੇ ਕੋਟਕਪੂਰੇ ਅਸੀਂ ਧਰਨਾ ਸ਼ੁਰੂ ਕੀਤਾ। ਅਸੀਂ ਦੇਖਦੇ ਰਹੇ ਹਾਂ ਕਿ ਪੁਲਿਸ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਵਾਰ-ਵਾਰ ਆ ਕੇ ਧਰਨਾ ਚੁੱਕਣ ਦੀ ਗੱਲ ਕਰ ਰਿਹਾ ਸੀ, ਪਰ ਸਾਡੇ ਵੱਲੋਂ ਭਾਈ ਪੰਥਪ੍ਰੀਤ ਸਿੰਘ ਜੀ, ਬਾਕੀ ਸਿੰਘ ਇੱਕੋ ਗੱਲ ਕਹਿ ਰਹੇ ਸਨ, ਸਾਡਾ ਧਰਨਾ ਲਾਉਣਾ ਕੋਈ ਸ਼ੌਂਕ ਨਹੀਂ ਹੈ, ਅਸੀਂ ਤੇ ਗੁਰੂ ਦੇ ਅੱਧ ਵਿੱਚ ਬੈਠੇ ਹਾਂ, ਤੁਸੀਂ ਦੋਸ਼ੀ ਫੜ ਕੇ ਜੇਲ੍ਹ 'ਚ ਬੰਦ ਕਰ ਦਿਓ, ਅਸੀਂ ਅਰਦਾਸ ਕਰਕੇ ਉੱਠ ਕੇ ਘਰਾਂ ਨੂੰ ਚਲੇ ਜਾਵਾਂਗੇ, ਸਾਡਾ ਕੋਈ ਇਸ ਤਰ੍ਹਾਂ ਦਾ ਨਹੀਂ ਹੈ। ਪਰ ਉਸ ਮੌਕੇ 'ਤੇ ਰੋਸ ਜ਼ਰੂਰ ਸੀ ਸਾਰੀ ਸੰਗਤ ਦੇ ਮਨ ਵਿੱਚ ਕਿ ਕਮਾਲ ਦੀ ਗੱਲ ਹੈ, ਸੌਦਾ ਸਾਧ ਦੇ ਚੇਲੇ ਰੋਸ ਧਰਨਾ ਕਰਨ, ਰੇਲਵੇ ਲਾਈਨਾਂ ਜਾਮ ਕਰ ਦੇਣ, ਫਿਲਮ ਦੇ ਜਿਹੜੇ ਪੋਸਟਰ ਨੇ ਉਹਨਾਂ ਦੀ ਰਾਖੀ ਲਈ ਵੀ ਪੰਜਾਬ ਦੀ ਪੁਲਿਸ ਲੱਗ ਸਕਦੀ ਹੈ, ਉੱਥੇ ਕੋਈ ਲਾਠੀ ਚਾਰਜ ਨਹੀਂ ਹੁੰਦਾ, ਕੋਈ ਉਹਨਾਂ ਨੂੰ ਕੁਝ ਨਹੀਂ ਕਹਿੰਦਾ, ਪਰ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਦੇ ਸੰਗਤ ਬੈਠਦੀ ਹੈ ਤਾਂ ਉਹਨਾਂ ਨਾਲ ਇਸ ਤਰ੍ਹਾਂ ਦਾ ਉਹ ਘਿਨਾਉਣਾ ਪਾਪ ਕਮਾਇਆ ਜਾਂਦਾ ਹੈ ਜਿਹੜਾ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ। ਹੁਣ ਅਫਸੋਸ ਇਸ ਗੱਲ ਦਾ ਹੈ ਕਿ 17 ਤੋਂ ਲੈ ਕੇ 15 ਤੋਂ ਲੈ ਕੇ 17 ਤੱਕ ਬਾਦਲ ਕਿਆਂ ਦੀ ਸਰਕਾਰ ਰਹੀ, ਕੋਈ ਵੀ ਦੋਸ਼ੀ ਫੜ ਕੇ ਉਹਦੇ ਸਾਹਮਣੇ ਜੋ ਕੁਝ ਕਰਨਾ ਚਾਹੀਦਾ ਸੀ ਪੰਥ ਹਿੱਤ ਵਿੱਚ, ਗੁਰੂ ਹਿੱਤ ਵਿੱਚ, ਬਾਦਲ ਕਿਆਂ ਨੇ ਬਿਲਕੁਲ ਨਹੀਂ ਕੀਤਾ, ਨਾ ਕਰਨ ਦਿੱਤਾ। ਆਪਾਂ ਸਾਰੇ ਜਾਣਦੇ ਹਾਂ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਬਣਿਆ, ਦਾਸ ਜਦੋਂ ਉੱਥੇ ਉਹਨਾਂ ਕੋਲ ਗਵਾਹੀ ਦੇਣ ਲਈ ਗਿਆ ਤੇ ਦਾਸ ਨੇ ਕਿਹਾ ਸੀ ਕਿ ਜੱਜ ਸਾਹਿਬ ਮਨ ਨਹੀਂ ਕਰਦਾ ਗਵਾਹੀ ਦਈਏ, ਕਿਉਂਕਿ ਸਾਨੂੰ ਪਤਾ ਹੈ ਤੁਹਾਡੀ ਰਿਪੋਰਟ ਵਿੱਚੋਂ ਨਿਕਲਣਾ ਕੁਝ ਨਹੀਂ, ਕੌਮ ਦੀ ਝੋਲੀ ਫਿਰ ਖਾਲੀ ਦੀ ਖਾਲੀ ਰਹਿ ਜਾਣੀ ਹੈ। ਅਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਮੈਂ ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਮੈਂ ਸੱਚ ਅਤੇ ਹੱਕ ਦੀ ਗੱਲ ਕਰਾਂਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਾਂਗਾ, ਤੁਸੀਂ ਮੇਰਾ ਸਹਿਯੋਗ ਕਰੋ। ਅਸੀਂ ਬਿਆਨ ਦੇ ਕੇ ਆਏ ਸੀ। ਉਦੋਂ ਫਿਰ ਦੁੱਖ ਹੋਇਆ ਜਦੋਂ ਜੱਜ ਜੀ ਰਿਪੋਰਟ ਤਿਆਰ ਕਰਕੇ ਸੈਕਟਰੀਏਟ ਦੇ ਅੰਦਰ ਲੈ ਕੇ ਜਾਂਦੇ ਨੇ, ਕੋਈ ਵੀ ਸਮੇਂ ਦੀ ਸਰਕਾਰ ਦਾ ਮੰਤਰੀ ਜਾਂ ਮੁੱਖ ਸਕੱਤਰ ਜ਼ਿੰਮੇਵਾਰ ਆ ਕੇ ਉਸ ਕਮਿਸ਼ਨ ਦੇ ਮੁਖੀ ਦਾ ਕੋਲ ਸਤਿਕਾਰ ਨਾਲ ਰਿਪੋਰਟ ਵੀ ਨਹੀਂ ਲੈਂਦੇ। ਇਹ ਤੋਂ ਵੱਡਾ ਧੋਖਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ, ਇਨਸਾਫ ਦੇ ਪ੍ਰਤੀ ਕੌਮ ਨਾਲ ਕੋਈ ਹੋ ਨਹੀਂ ਸਕਦਾ ਜਿਹੜਾ ਇਹਨਾਂ ਨੇ ਉਸ ਮੌਕੇ 'ਤੇ ਕਮਾਇਆ। ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਅੱਜ ਫਿਰ 17 ਤੋਂ ਲੈ ਕੇ ਅੱਜ 21 ਦਾ ਸਮਾਂ ਆ ਗਿਆ, ਨਵੀਂ ਸਰਕਾਰ ਵਾਅਦਾ ਕਰਕੇ ਆਈ, ਅੱਜ 4.5 ਸਾਲ ਤੋਂ ਵੱਧ ਸਮਾਂ ਬੀਤ ਗਿਆ, ਕੌਮ ਦੀ ਝੋਲੀ ਅੱਜ ਫਿਰ ਖਾਲੀ ਦੀ ਖਾਲੀ ਹੈ, ਕਮਿਸ਼ਨ ਤੇ ਕਮਿਸ਼ਨ ਸਿੱਟ ਤੇ ਸਿੱਟ ਬੈਠਦੇ। ਪਰ ਉਦੋਂ ਸਾਨੂੰ ਜ਼ਿਆਦਾ ਦੁੱਖ ਲੱਗਿਆ ਜਦੋਂ 22 ਦੀ ਚੋਣਾਂ ਦੇ ਬਿਗਲ ਵਗ ਚੁੱਕੇ ਨੇ, ਸਾਰੀਆਂ ਧਿਰਾਂ ਸੱਤਾ ਖੋਹਣ ਦੇ ਲਈ ਭੱਜ ਉੱਠੀਆਂ ਨੇ, ਤਾਂ ਅਕਾਲ ਤਖ਼ਤ ਦੇ ਉੱਤੇ 26 ਜੁਲਾਈ ਨੂੰ ਇਕੱਤਰਤਾ ਕੀਤੀ ਜਾਂਦੀ। ਇਹ ਇਕੱਤਰਤਾ 18 ਤੋਂ ਜੋ ਭਾਈ ਹਰਪ੍ਰੀਤ ਸਿੰਘ ਜੀ ਆਏ ਨੇ ਅਤੇ 21 ਤੱਕ ਪਹਿਲਾਂ ਕਿਉਂ ਨਹੀਂ ਕੀਤੀਆਂ ਗਈਆਂ? ਕਿ ਉਦੋਂ ਇਹਨਾਂ ਨੂੰ ਦੁੱਖ ਨਹੀਂ ਸੀ? ਕਿ ਉਦੋਂ ਬੇਅਦਬੀ ਦਾ ਕੌਮ ਦੇ ਰੋਸ ਨਹੀਂ ਸੀ? ਅੱਜ ਵੱਡੇ ਸਵਾਲ ਨੇ ਕਿ ਇਸ ਮੌਕੇ 'ਤੇ ਇਕੱਤਰਤਾ ਕਰਨ ਦਾ ਕੀ ਕਾਰਨ ਹੈ? ਬਹੁਤ ਵੱਡਾ ਕਾਰਨ ਹੈ, ਅਸੀਂ ਜੋ ਮੰਨਦੇ ਹਾਂ ਕਿ ਬਾਦਲ ਕਿਆਂ ਦੀ ਡਿੱਗੀ ਹੋਈ ਸ਼ਾਖ, ਕਿਉਂਕਿ 17 ਵਿੱਚ ਪੰਜਾਬ ਵਾਸੀਆਂ ਨੇ ਉਹਨਾਂ ਨੂੰ ਬੇਅਦਬੀ ਦਾ ਸਬਕ ਸਿਖਾਇਆ ਸੀ, 22 ਵਿੱਚ ਸਿਖਾਉਣ ਲਈ ਤਿਆਰ ਬੈਠੇ ਨੇ। ਪੰਜਾਬ ਦਾ ਕੋਈ ਬੰਦਾ, ਪੰਜਾਬ ਦੇ ਵੋਟਰ ਮੂੰਹ ਲਾਉਣ ਲਈ ਤਿਆਰ ਨਹੀਂ, ਤਾਂ ਅਕਾਲ ਤਖ਼ਤ ਦੇ ਦੁਰਵਰਤੋਂ ਕਰਨ ਦੇ ਲਈ ਅੱਜ ਫਿਰ ਉਹਨਾਂ ਨੇ ਹਰਪ੍ਰੀਤ ਸਿੰਘ ਨੂੰ ਮੋਹਰਾ ਬਣਾਇਆ। ਬੜਾ ਅਫਸੋਸ ਹੁੰਦਾ ਹੈ ਜਦੋਂ ਉੱਥੇ ਖੱਟੜੇ ਵਰਗਾ ਸਾਬਕਾ ਪੁਲਿਸ ਅਧਿਕਾਰੀ ਜਿਹੜਾ ਉਸ ਸਮੇਂ ਆਸੇ ਪਾਸੇ ਧਰਨੇ ਇੱਥੇ ਘੁੰਮਦਾ ਸੀ ਕੋਟਕਪੂਰੇ, ਜਿਹਦੇ ਕੋਲ ਜ਼ਿੰਮੇਵਾਰੀ ਸੀ, ਉਹਨਾਂ ਨੇ ਗਲਤ ਤੌਰ 'ਤੇ ਭਾਈ ਰੁਪਿੰਦਰ ਸਿੰਘ ਜੀ ਨੂੰ ਅਤੇ ਭਾਈ ਜਸਵਿੰਦਰ ਸਿੰਘ ਜੀ ਨੂੰ ਦੋਸ਼ੀ ਬਣਾਉਣ ਦੇ ਲਈ ਉਸ ਸਮੇਂ ਦੀ ਪੁਲਿਸ ਨੇ ਜੋ ਕਾਰਾ ਕੀਤਾ, ਉਹਦਾ ਜਵਾਬ ਉਹਨਾਂ ਨੂੰ ਆਪੇ ਹੀ ਮਿਲ ਗਿਆ ਜਦੋਂ ਨਾ ਪੈਸੇ ਬਾਹਰੋਂ ਆਏ ਸਨ, ਨਾ ਉਹਨਾਂ ਦਾ ਕੋਈ ਦੋਸ਼ ਸਾਬਤ ਹੋਇਆ। ਉਸ ਤੋਂ ਬਾਅਦ ਅੱਜ ਫਿਰ ਉਹ ਬੰਦਾ ਉੱਥੇ ਜਾ ਕੇ ਜੋ ਬਿਆਨਬਾਜ਼ੀ ਕਰਦਾ ਹੈ, ਜਿਹਦੇ ਬਾਰੇ ਭਾਈ ਸਤਨਾਮ ਸਿੰਘ ਜੀ ਚੰਦੜ ਦੇ, ਭਾਈ ਪੰਥਪ੍ਰੀਤ ਸਿੰਘ ਜੀ ਨੇ ਵੀ ਇਸ ਮੌਕੇ 'ਤੇ ਗੱਲ ਕੀਤੀ ਹੈ, ਭਾਈ ਰੁਪਿੰਦਰ ਸਿੰਘ ਜੀ, ਭਾਈ ਬੇਅੰਤ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਸਾਥੀ ਪਹਿਲਾਂ ਹੀ ਗੱਲ ਕਰ ਚੁੱਕੇ ਨੇ ਕਿ ਕਿਸੇ ਨੇ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਜਿਹੜੇ
ਅੰਕ ਸਨ, ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੇ, ਨਾ ਅਪਮਾਨ ਕੀਤਾ। ਅੱਜ ਇਸ ਤਰ੍ਹਾਂ ਸਾਡੇ ਸਾਹਮਣੇ ਆ ਚੁੱਕਾ ਹੈ ਕਿ ਖੱਟੜਾ ਜੇ ਉਹਨਾਂ ਵਿੱਚ ਇੱਕੋ ਲਾਲਸਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਚੋਣ ਲੜਾਣੀ। ਇਹਨਾਂ ਨੇ 17 ਦੇ ਵਿੱਚ ਵੀ ਚੋਣ ਲੜਵਾਏ, ਬਾਦਲ ਅਕਾਲੀ ਦਲ ਤੋਂ ਆਪਣੇ ਪੁੱਤਰ ਨੂੰ, ਹੁਣ ਵੀ ਇਹਨਾਂ ਨੇ ਟਿਕਟ ਲੈਣੀ ਹੋਏਗੀ। ਇਸ ਕਾਰਨ ਕਰਕੇ ਅੱਜ ਕੌਮ ਨਾਲ ਫਿਰ ਧਰੋਹ ਕਮਾਉਣ ਦਾ ਵੱਡਾ ਪਾਪ ਕਰ ਰਹੇ ਨੇ। ਅਸੀਂ ਮੰਨ ਕੇ ਸਿੱਖ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ, ਅੱਜ ਸਾਡਾ ਇੱਥੇ ਬਹਿਣਾ ਅਸੀਂ ਮਜਬੂਰੀ ਵਿੱਚ ਬੈਠੇ ਹਾਂ ਕਿ ਸੰਗਤ ਦੇ ਮਨ ਵਿੱਚ ਭੁਲੇਖਾ ਕੋਈ ਨਾ ਪੈ ਜਾਏ ਕਿ ਖੱਟੜਾ ਜੋ ਕਹਿ ਰਿਹਾ ਠੀਕ ਕਹਿ ਰਿਹਾ। ਉਸ ਸਮੇਂ ਹੋਰ ਅਫਸੋਸ ਹੋਇਆ ਜਦੋਂ ਭਾਈ ਰੁਪਿੰਦਰ ਸਿੰਘ ਜੀ ਦਾ, ਜਸਵਿੰਦਰ ਸਿੰਘ ਦਾ ਨਾਮ ਲੈ ਕੇ ਖੱਟੜਾ ਜੀ ਗੱਲ ਕਰ ਰਹੇ ਨੇ ਤੇ ਭਾਈ ਹਰਪ੍ਰੀਤ ਸਿੰਘ ਜੀ ਉੱਤੇ ਨੂੰ ਮੂੰਹ ਕਰਕੇ ਉਹਨਾਂ ਨੂੰ ਕਹਿੰਦੇ ਕਿ ਇਹਨਾਂ ਉੱਤੇ 295 ਦਾ ਮੁਕੱਦਮਾ ਦਰਜ ਨਹੀਂ ਹੋ ਸਕਦਾ। ਭਾਈ ਹਰਪ੍ਰੀਤ ਸਿੰਘ ਜੀ, ਤੁਸੀਂ 15 ਵਜੇ ਤੱਕ ਤੁਸੀਂ ਕਹਿੰਦੇ ਸੀ ਮੈਂ ਅਸਤੀਫਾ ਦੇਣਾ ਹੈਡ ਗ੍ਰੰਥੀ ਤੋਂ ਮੁਕਤਸਰ। ਤੁਸੀਂ ਮੇਰੇ ਨਾਲ 3 ਵਾਰੀ ਗੱਲ ਕੀਤੀ ਹੈ, ਦੱਸੋ ਮੈਨੂੰ ਗਾਈਡ ਕਰੋ, ਮੈਂ ਅਸਤੀਫਾ, ਮੇਰਾ ਮਨ ਨਹੀਂ ਲੱਗਦਾ, ਇਹ ਬੜਾ ਵੱਡਾ ਪਾਪ ਹੋ ਗਿਆ ਤੇ ਖਿਮਾ ਕਰਨਾ। ਹੁਣ ਕੀ ਹੋ ਗਿਆ? ਹੁਣ ਪਾਪ ਧੋਤਾ ਗਿਆ ਸੀ। ਅੱਜ ਸਾਡੇ ਸਾਹਮਣੇ ਵੱਡਾ ਸਵਾਲ ਹੈ, ਦਾਸ ਗਵਾਹ ਹੈ, ਅੱਜ ਤੁਸੀਂ ਸਾਡੇ ਬੱਚਿਆਂ ਵਰਗੇ ਹੋ, ਮੇਰੇ ਨਾਲ ਤੁਸੀਂ 2-3 ਵਾਰੀ ਗੱਲ ਕੀਤੀ, ਮੈਂ ਤਾਂ ਰੋਕ ਕੇ ਰੱਖਿਆ। ਅਸਤੀਫਾ ਦੇਣਾ ਕੋਈ ਚੱਜ ਦੀ ਗੱਲ ਨਹੀਂ ਹੈਗੀ, ਵਿੱਚ ਬਹਿ ਕੇ ਜ਼ਿਆਦਾ ਕੰਮ ਕੀਤਾ ਜਾ ਸਕਦਾ ਹੈ। ਅੱਜ ਕੀ ਹੋ ਗਿਆ? ਕਿਹੜੇ ਪਾਸੇ ਚੱਲ ਪਏ ਹੋ? ਇਸ ਲਈ ਅੱਜ ਕੌਮ ਦੇ ਸਾਹਮਣੇ ਵੱਡੇ ਸਵਾਲ ਨੇ। ਜਦੋਂ ਤੱਕ ਸ਼੍ਰੋਮਣੀ ਕਮੇਟੀ ਬਦਲ ਕੇ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੰਦੇ, ਉਹ ਦੋਸ਼ੀ ਨੇ, ਉਹਨਾਂ ਨੂੰ ਕੌਮ ਕਦੀ ਮਾਫ ਨਹੀਂ ਕਰੇਗੀ। ਦੂਜੀ ਰਹੀ ਗੱਲ, ਅਸੀਂ ਇਸ ਗੱਲ ਨੂੰ ਮੰਨ ਕੇ ਚੱਲਦੇ ਹਾਂ, ਕੋਟਕਪੂਰਾ ਤੇ ਬਹਿਬਲ ਕਲਾਂ ਦੇ ਅੰਦਰ ਜੋੜੇ ਵੀ ਕਾਂਡ ਵਾਪਰੇ, ਇਹ ਨਹੀਂ ਸਨ ਵਾਪਰ ਸਕਦੇ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜੇ ਪੰਥ ਤੇ ਸੰਗਤ ਦੇ ਹਿੱਤ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਖੜੇ ਹੋ ਜਾਂਦੇ। ਇਹਨਾਂ ਦੀ ਮਰਜ਼ੀ ਤੋਂ ਬਗੈਰ ਨਾ ਉਸ ਸਮੇਂ ਦਾ ਜਿਹੜਾ DGP ਸੀ ਉਹ ਗਾੜੀ ਕਿਸੇ ਨੂੰ ਗੋਲੀ ਦਾ ਫਰਮਾਨ ਜਾਰੀ ਕਰ ਸਕਦਾ ਸੀ, ਨਾ ਥੱਲੇ ਖਲੋਤੇ ਹੋਏ IG DIG ਕਿਸੇ ਐਕਸ਼ਨ ਵਿੱਚ ਆ ਸਕਦੇ ਸਨ। ਇਹ ਫੈਸਲਾ ਚੰਡੀਗੜ੍ਹ ਤੋਂ ਹੋਇਆ ਤੇ ਮੁਖੀਆਂ ਨੇ ਕੀਤਾ, ਨਾਲ ਮੁੱਖ ਸਕੱਤਰ ਵੀ ਦੋਸ਼ੀ ਹੈ, DGP ਵੀ ਦੋਸ਼ੀ ਹੈ। ਇਸ ਕਰਕੇ ਇਹ ਤਾਂ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਹੈ, ਸਿੱਟਾਂ ਇਹਨਾਂ ਵਾਲੇ ਪਾਸੇ ਧਿਆਨ ਨਹੀਂ ਦਿੰਦੀਆਂ। ਦੂਜੀ ਰਹੀ ਗੱਲ, ਅੱਜ ਸਾਡਾ ਇੱਥੇ ਬੈਠਣਾ ਕੌਮ ਦੇ ਸਾਹਮਣੇ ਇੱਕ ਬੇਨਤੀ ਕਰਨ ਵਾਸਤੇ ਹੈ ਕਿ ਸਾਧ ਸੰਗਤ ਜੀ, ਪੰਥ ਦਰਦਿਓ ਖੜੇ ਹੋ ਜਾਓ। ਅਕਾਲ ਤਖਤ ਦੀ ਦੁਰਵਰਤੋਂ ਦਾ ਨਵਾਂ ਸਿਲਸਿਲਾ ਸ਼ੁਰੂ ਕੀਤਾ ਗਿਆ, ਜਿਹੜਾ 15 ਵਿੱਚ ਵੀ ਸ਼ੁਰੂ ਕੀਤਾ ਗਿਆ ਸੀ, ਅੱਜ ਦੁਬਾਰਾ ਸ਼ੁਰੂ ਕਰਕੇ ਇਹਨਾਂ ਨੂੰ ਬਿਲਕੁਲ ਨਿਰਦੋਸ਼ ਸਾਬਤ ਕਰਨ ਦੇ ਲਈ ਤਾਂ ਕਿ ਚੋਣਾਂ ਜਿੱਤ ਸਕਣ। ਇਸ ਲਈ ਸਾਡਾ ਕਿਸੇ ਰਾਜਨੀਤਿਕ ਧਿਰ ਨਾਲ ਕਿਸੇ ਦਾ ਕੋਈ ਸਬੰਧ ਨਹੀਂ ਹੈ। ਅਸੀਂ ਪੰਥ ਦੇ ਸੇਵਕ ਆ ਤੇ ਪੰਥ ਦੇ ਸੇਵਕ ਹੁੰਦੇ ਹੋਇਆ ਸੱਚ ਕਹਿਣਾ, ਸੱਚ ਦੀ ਗੱਲ ਕਰਨੀ, ਸੰਗਤ ਨੂੰ ਦੱਸਣੀ ਸਾਡਾ ਧਰਮ ਬਣਦਾ ਹੈ। ਇਸ ਲਈ ਅਸੀਂ ਅੱਜ ਮਜਬੂਰੀ ਦੀ ਹਾਲਤ ਵਿੱਚ ਪੰਥ ਦੇ ਹਿੱਤ ਵਿੱਚ, ਸੰਗਤ ਦੇ ਪਿਆਰ ਵਿੱਚ, ਗੁਰੂ ਦੇ ਹਿੱਤ ਵਿੱਚ ਇੱਥੇ ਬੈਠੇ ਹਾਂ ਤੇ ਸਾਡਾ ਤੇ ਮਨ ਕਰਦਾ ਹੈ ਕਿ ਜਿਸ ਤਰ੍ਹਾਂ ਦਾ ਇਕੱਠ ਇਹਨਾਂ ਨੇ ਅਕਾਲ ਤਖਤ ਤੇ ਆਪਣੀ ਮਨ ਮਰਜ਼ੀ ਦੇ ਬੰਦੇ ਸੱਜ ਇਕੱਠੇ ਕਰਕੇ ਗੱਲ ਕੀਤੀ ਹੈ, ਪੰਥ ਦੀਆਂ ਜਥੇਬੰਦੀਆਂ ਵੀ ਮਿਲ ਬੈਠਣ ਤੇ ਮਿਲ ਬੈਠ ਕੇ ਗੱਲ ਜਿਹੜੀ ਅਸੀਂ ਸੰਗਤ ਦੀ ਕਚਹਿਰੀ ਤੱਕ ਲੈ ਕੇ ਵੀ ਜਾਈਏ। ਅੱਜ ਲੋੜ ਹੈ ਕਿ ਸਾਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਖੜੇ ਹੋਣ ਦੀ। ਇਸ ਲਈ ਜੋ ਕੁਝ ਇਹ ਹੁਣ ਨਵੀਂ ਪਿਰਤ ਪਾਈ ਜਾ ਰਹੀ ਹੈ, ਇਹ ਕੇਵਲ ਤੇ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਰ ਉਹਨਾਂ ਦੀ ਬੇਅਦਬੀ ਦੇ ਲਈ, ਲੋਕਾਂ ਦਾ ਰਸਤਾ ਮੋਕਲਾ ਕਰਨ ਵਾਸਤੇ। ਇਹ ਪਹਿਲਾਂ ਵੀ ਸਾਜ਼ਿਸ਼ਾਂ ਹੋਈਆਂ ਨੇ, ਨਵੀਆਂ ਸਾਜ਼ਿਸ਼ਾਂ ਵੀ ਹੋਣਗੀਆਂ। ਅਸੀਂ ਇਸ ਗੱਲ ਤੋਂ ਚਿੰਤਤ ਹਾਂ। ਇਹ ਉਦੋਂ ਤੱਕ ਹੁੰਦੀਆਂ ਰਹਿਣਗੀਆਂ ਜਦੋਂ ਤੱਕ ਇਹੋ ਜਿਹੇ ਗਲਤ ਤਰ੍ਹਾਂ ਅਕਾਲ ਤਖਤ ਦੀ ਦੁਰਵਰਤੋਂ ਹੁੰਦੀ ਰਹੇਗੀ। ਸੋ ਦਾਸ ਆਪਣੇ ਵੱਲੋਂ ਵੀ, ਬਾਕੀ ਸਾਥੀਆਂ ਵੱਲੋਂ ਵੀ ਅਸੀਂ ਸਾਰੀ ਸੰਗਤ ਨੂੰ, ਪੰਥ ਨੂੰ ਬੇਨਤੀ ਕਰਦੇ ਹਾਂ, ਦੇਸ਼ ਵਿਦੇਸ਼ ਵਿੱਚ ਵਸਦਿਆਂ ਨੂੰ ਇਹਨਾਂ ਦੀਆਂ ਬਿਆਨਬਾਜ਼ੀਆਂ ਤੋਂ ਕਦੀ ਵੀ ਤੁਸੀਂ ਭਰਮ ਵਿੱਚ ਨਹੀਂ ਪੈਣਾ ਕਿ ਇਹ ਸੱਚ ਬੋਲਦੇ ਨੇ। ਇਹ ਸੱਚ ਨਹੀਂ ਜੇ ਬੋਲਦੇ, ਇਹ ਪੂਰੇ ਦਾ ਪੂਰਾ ਝੂਠ ਬੋਲਦੇ ਨੇ, ਲੂਣ ਦਾ ਪਿੰਨਾ ਵੱਟ ਰਹੇ ਨੇ। ਸੱਚ ਜਿਹੜਾ ਹੈ ਉਹ ਪਹਿਲਾਂ ਵੀ ਸਾਹਮਣੇ ਹੈ। ਸੱਚ ਅੱਜ ਵੀ ਤੁਹਾਡੇ ਸੇਵਾਦਾਰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਹੇ ਨੇ। ਤੇ ਇਹਦਾ ਵੱਡਾ ਧਰੋਹ ਪਾਠ ਕਰਦੀਆਂ ਸੰਗਤਾਂ ਉੱਤੇ ਇਹਨਾਂ ਨੇ ਜੋ ਤਾਂਡਵ ਕੀਤਾ, ਅਤਿਆਚਾਰ ਕੀਤਾ। ਦਾਸ ਤੇ ਰਾਤ ਆਰਾਮ ਕਰਨ ਗਿਆ ਹੋਇਆ ਸੀ, 1:45 ਵਜੇ ਟੈਲੀਫੋਨ ਗਿਆ ਸੀ ਦਾਸ ਨੂੰ ਕਿ ਭਾਈ ਸਾਹਿਬ ਆ ਜਾਓ ਧਰਨੇ ਵਾਲੀ ਜਗ੍ਹਾ ਤੇ। ਇਹ ਕੱਲ੍ਹ ਵਾਂਗੂ ਪੁਲਿਸ ਬਹੁਤ ਵੱਡੀ ਗਿਣਤੀ 'ਚ ਆ ਗਈ, ਤਿਆਰੀ ਕਰ ਲਈ ਹੈ, ਇਹ ਕੋਈ ਨਾ ਕੋਈ ਐਕਸ਼ਨ ਲੈਣਗੇ। ਸੋ ਦਾਸ ਰਾਤ ਜਦੋਂ 2 ਵਜੇ ਵਾਪਸ ਪਹੁੰਚਿਆ ਤੇ ਕੁੰਮਕਾਂ ਚੜੀਆਂ ਹੋਈਆਂ ਸਨ। ਕਾਹਦੇ ਲਈ ਸਨ? ਅਸੀਂ ਧਰਨਾਕਾਰੀ ਬੰਦੇ ਹੀ ਨਹੀਂ ਹਾਂ।
ਅਸੀਂ ਤੇ ਬਾਣੀ ਪੜਨ ਵਾਲੇ, ਸੇਵਾ ਕਰਨ ਵਾਲੇ, ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਨ ਵਾਲੇ ਹਾਂ। ਸਾਡਾ ਕਿਹੜਾ ਕੋਈ ਰਾਜਨੀਤਿਕ ਧਿਰ ਹੈ ਕਿ ਅਸੀਂ ਧਰਨਿਆਂ ਦੇ ਆਦੀ ਬਣੇ ਹੋਏ ਸੀ। ਧਰਨਾ ਨਾ ਲਾਉਂਦੇ ਤਾਂ ਸਾਨੂੰ ਕੁਝ ਹੋ ਚੱਲਿਆ ਸੀ। ਅਸੀਂ ਧਰਨਾ ਨਹੀਂ ਸੀ ਲਾ ਰਹੇ, ਰੋਸ ਪ੍ਰਗਟਾਵਾ ਕਰ ਰਹੇ ਸੀ ਗੁਰੂ ਦੇ ਪਿਆਰ ਵਿੱਚ। ਇਹ ਸਾਡਾ ਧਰਮ ਬਣਦਾ ਹੈ, ਅਸੀਂ ਧਰਮ ਪਾਲਿਆ ਸੀ। ਇਸ ਲਈ ਅੱਜ ਦੀ ਤਰੀਕ ਵਿੱਚ ਸਾਧ ਸੰਗਤ ਨੂੰ ਜਾਗਣਾ ਪਏਗਾ, ਕੌਮੀ ਫਰਜ਼ਾਂ ਲਈ ਅੱਗੇ ਆਉਣਾ ਪਏਗਾ। ਇਹ ਸਾਡੀ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਸੱਚ ਨਾਲ ਖੜੇ ਹੋਵੋ। ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮਾਨ ਨਾਲ ਖੜੇ ਹੋਈਏ, ਅਕਾਲ ਤਖਤ ਦੇ ਆਦਰ ਸਨਮਾਨ ਨਾਲ ਖੜੇ ਹੋਈਏ, ਪੰਥ ਦੀਆਂ ਮਾਨਤਾਵਾਂ ਨਾਲ ਖੜੇ ਹੋਈਏ। ਇਹ ਸਾਡਾ ਸਾਰਿਆਂ ਦਾ ਕੌਮੀ ਤੌਰ 'ਤੇ ਫਰਜ਼ ਹੈ। ਅਸੀਂ ਅਗਲੇ ਯਤਨ ਵਿੱਚ ਜੋ ਗੁਰੂ ਪਿਤਾ ਜੀ ਸਾਨੂੰ ਪ੍ਰੇਰਨਾ ਦੇਣਗੇ ਅਸੀਂ ਕਰਨ ਦਾ ਯਤਨ ਕਰਾਂਗੇ, ਆਪਣੀ ਕੌਮੀ ਜ਼ਿੰਮੇਵਾਰੀ ਨਿਭਾਵਾਂਗੇ। ਅਸੀਂ ਸਾਰੀਆਂ ਸਿੱਟਾਂ ਕੋ ਸਾਰੇ ਵੀਰਾਂ ਨੇ ਬਿਆਨ ਦਿੱਤੇ ਹੋਏ ਨੇ। ਇਹ ਸਾਰਿਆਂ ਨੇ ਮਹਿਸੂਸ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਜੇ ਸਾਡੀ ਕੌਮ ਦੀ ਕੋਈ ਥਾਂ ਰੱਖਦੀ ਹੈ ਤੇ ਘੱਟੋ ਘੱਟ ਉੱਥੇ ਬੈਠੇ ਬੰਦੇ ਨਿਰਪੱਖ ਚਾਹੀਦੇ ਨੇ, ਨਿਰਭੈ ਤੇ ਨਿਰਵੈਰ ਚਾਹੀਦੇ ਨੇ। ਤੇਰੇ ਤੇ ਧੜਾ ਬਣ ਕੇ ਗੱਲ ਕਰਨ ਵਾਲਾ ਨਾ ਮੈਂਬਰ ਚਾਹੀਦਾ, ਨਾ ਪ੍ਰਧਾਨ ਚਾਹੀਦਾ, ਨਾ ਬਾਕੀ ਦੇ ਅਹੁਦੇਦਾਰ ਚਾਹੀਦੇ ਨੇ। ਉੱਥੇ ਜਥੇਦਾਰ ਜੀ ਨੂੰ ਇਹ ਭੂਮਿਕਾ ਜਿਹੜੀ ਅੱਜ ਨਿਭਾ ਰਹੇ ਨੇ, ਇਹ ਨਿਭਾ ਕੇ ਕੌਮ ਦਾ ਹਿਰਦਾ ਛਾਣੀ ਨਹੀਂ ਸੀ ਕਰਨਾ ਚਾਹੀਦਾ, ਜਿਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਨੇ। ਹੁਣ ਗੱਲਾਂ ਭਾਈ ਸਤਨਾਮ ਸਿੰਘ ਖੰਡਾ ਜੀ, ਇਹ ਉਸ ਸਮੇਂ ਬਹੁਤ ਪੀੜਤ ਹੋਏ। ਸ਼੍ਰੀ ਅਕਾਲ ਤਖਤ ਸਾਹਿਬ ਦੇ 5 ਪਿਆਰੇ ਸਾਹਿਬਾਨ ਸਿੰਘਾਂ ਦੇ ਜਥੇ ਵਿੱਚ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਸਨ। ਇਹਨਾਂ ਨੇ ਜੋ ਕੁਝ ਵੀ ਪੰਥ ਦੀ ਪੀੜਾ ਮਹਿਸੂਸ ਕੀਤੀ, ਸਾਰਾ ਖਾਲਸਾ ਪੰਥ ਜਾਣਦਾ ਹੈ। ਅੱਜ ਵੀ ਇਹ ਪੀੜਾ ਲੈ ਕੇ ਥਾਂ ਤੇ ਵਿਚਰ ਰਹੇ ਹਨ। ਅੱਜ ਇਸ ਮੌਕੇ ਵੀ ਹਾਜ਼ਰ ਹਨ। ਅਗਲੀ ਗੱਲ ਭਾਈ ਸਤਨਾਮ ਸਿੰਘ ਖੰਡਾ ਜੀ ਕਰਨਗੇ। ਉਹਨਾਂ ਨਾਲ ਉਹਨਾਂ ਦੇ ਦੋ ਸਾਥੀ ਭਾਈ ਸਤਨਾਮ ਸਿੰਘ ਝੰਜੀਆਂ ਜੀ, ਭਾਈ ਤਰਲੋਕ ਸਿੰਘ ਜੀ ਵੀ ਆਏ ਹੋਏ ਹਨ। ਅਸੀਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਗੁਰੂ ਪਿਆਰਿਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੋਣਾ ਨੇ ਤੁਹਾਨੂੰ ਦੱਸਿਆ, ਪੰਥਪ੍ਰੀਤ ਸਿੰਘ ਹੋਣਾ ਨੇ ਸਾਰੀ ਸਿਸਟਰੀ ਹੱਥ ਦਿੱਤੀ। ਆਪਾਂ ਅਗਲੀ ਗੱਲ ਕਰਦੇ ਹਾਂ ਕਿ ਇਹਨਾਂ ਜਥੇਦਾਰਾਂ ਨੇ 24 ਸਤੰਬਰ 2015 ਨੂੰ ਜਿਸ ਝੂਠੇ ਸੌਦੇ ਵਾਲੇ ਸਾਧ ਦੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ, ਉਹਨਾਂ ਨੂੰ ਬਿਨ ਮੰਗੇ ਤੋਂ ਮੁਆਫੀ ਦਿੱਤੀ ਗਈ। ਬੇਸ਼ੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਵਿੱਚ ਜੇ ਕੋਈ ਸ਼ਰਨ ਆਵੇ ਤੇ ਕੰਠ ਲਾਏ ਬਿਰਧ ਸੁਆਮੀ ਸੰਦਾ, ਕੋਈ ਸ਼ਰਨ ਆ ਜਾਵੇ ਤਾਂ ਵੱਡੇ ਤੋਂ ਵੱਡਾ ਗੁਨਾਹ ਮਾਫ ਹੋ ਜਾਂਦਾ ਹੈ। ਪਰ ਝੂਠੇ ਸੌਦੇ ਵਾਲੇ ਰਾਮ ਰਹੀਮ ਵੱਲੋਂ ਕੋਈ ਕਿਸੇ ਪ੍ਰਕਾਰ ਦੀ ਮੁਆਫੀ ਨਹੀਂ ਮੰਗੀ ਗਈ। ਬਿਨਾਂ ਮੰਗਿਆ ਮੁਆਫੀ ਇਹਨਾਂ ਜਥੇਦਾਰਾਂ ਨੇ 24 ਸਤੰਬਰ 2015 ਨੂੰ ਦਿੱਤੀ। ਪਰ ਉਸ ਤੋਂ ਬਾਅਦ ਜਦੋਂ ਸਿੱਖ ਪੰਥ ਦਾ ਇਹਨਾਂ ਨੇ ਵਿਦਰੋਹ ਵੇਖਿਆ, ਉਹਨਾਂ ਦਾ ਪੀੜਾ ਜਦੋਂ ਇਹਨਾਂ ਨੇ ਥੋੜੀ ਸਮਝੀ ਤਾਂ ਉਸ ਵੇਲੇ ਇਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਉਹਨੂੰ ਝੂਠੇ ਸੌਦੇ ਵਾਲੇ ਦਾ ਜਿਹੜਾ ਸੀ ਹੁਕਮਨਾਮਾ ਜਿਹੜਾ ਇਹਨਾਂ ਜਾਰੀ ਕੀਤਾ ਉਹ ਵਾਪਸ ਲਿਆ ਔਰ ਮਾਫੀਨਾਮਾ ਵੀ ਵਾਪਸ ਦਿੱਤਾ ਗਿਆ। ਉਸ ਤੋਂ ਬਾਅਦ ਇੱਕ ਗੱਲ ਵਿਚਾਰਨ ਵਾਲੀ ਹੈ ਵੀ ਤੁਹਾਡੇ ਆਪਣੀ ਕੋਈ ਮਤ ਨਹੀਂ ਜਾਪਦੀ, ਤੁਹਾਡਾ ਕੋਈ ਆਪਣਾ ਸਟੈਂਡ ਨਹੀਂ ਜਾਪਦਾ ਜਥੇਦਾਰੋ। ਤੁਸੀਂ ਕਿਸੇ ਦੇ ਚਾਲ ਦੇ ਉੱਤੇ ਚੱਲਦੇ ਹੋ। ਕਿਸੇ ਨੇ ਤੁਹਾਨੂੰ ਕਿਹਾ ਵੀ ਆਹ ਕੰਮ ਕਰ, ਤੁਸੀਂ ਉਹ ਕਰਦੇ ਹੋ। ਇਸੇ ਤਰ੍ਹਾਂ ਜਦੋਂ ਬਾਦਲ ਦਾ ਤੁਹਾਨੂੰ ਹੁਕਮ ਆਇਆ ਤੇ ਤੁਸੀਂ ਉਹਨਾਂ ਨੂੰ ਮਾਫੀਨਾਮਾ ਦੇ ਦਿੱਤਾ। ਜਦੋਂ ਤੁਹਾਡੇ ਧੀਆਂ ਪੁੱਤਰਾਂ ਤੱਕ ਵੀ ਲੋਕਾਂ ਨੇ ਵਿਰੋਧ ਕਰ ਦਿੱਤਾ ਕਿ ਸਾਡਾ ਬਾਪ ਕੀ ਕਰ ਰਿਹਾ ਹੈ। ਇਹ ਇਕਬਾਲ ਸਿੰਘ ਨੇ ਕਿਹਾ ਸੀ ਕਿ ਹੁਣ ਤਾਂ ਸਾਡੇ ਬੱਚੇ ਵੀ ਕਾਲੀਆਂ ਢੰਡੀਆਂ ਲਾ ਕੇ WhatsApp ਦੇ ਉੱਤੇ ਬੈਠੇ ਨੇ ਕਿ ਇਹ ਮਾੜਾ ਕੰਮ ਹੋਇਆ ਹੈ। ਇਹਨਾਂ ਦੇ ਪੁੱਤਰਾਂ ਵੱਲੋਂ ਲਾਹਨਤਾਂ ਮਿਲੀਆਂ ਤੇ ਫੇਰ ਜਾ ਕੇ ਇਹਨਾਂ ਨੇ ਉਹ ਮਾਫੀਨਾਮਾ ਵਾਪਸ ਲਿਆ ਤੇ ਉਸ ਤੋਂ ਬਾਅਦ ਫੇਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਹ ਵਰਤੋਂ ਕਰਨ ਦਾ ਇਹਨਾਂ ਨੇ ਕਦੀ ਵੀ ਦੁਰਵਰਤੋਂ ਕਰਨ ਤੋਂ ਕਦੀ ਗਰੇਜ ਨਹੀਂ ਕੀਤਾ। ਔਰ ਅੱਜ ਵੀ ਜਦੋਂ ਆਪਾਂ ਪਿਛਲੇ ਕੁਝ ਦਿਨਾਂ ਪਹਿਲਾਂ 26 ਤਰੀਕ ਨੂੰ ਦੇਖਦੇ ਹਾਂ ਕਿ ਇਹ ਵੀ ਇੱਕ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਡਿੱਗੀ ਹੋਈ ਸ਼ਾਖ ਨੂੰ ਬਚਾਉਣ ਦੀ ਖਾਤਰ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫੇਰ ਦੁਰਗਤੀ ਕੀਤੀ ਆ। ਉਹਦੀ ਜਿਹੜੀ ਆਪਣੀ ਕੀਤੀ ਹੈ, ਇਹ ਕੰਨਾ ਕੁ ਚਿਰ ਹੁੰਦਾ ਰਹੇਗਾ। ਖਾਲਸਾ ਪੰਥ ਨੂੰ ਜਾਗਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜਿਹੜਾ ਮਨੁੱਖਤਾ ਦਾ ਗੁਰੂ ਹੈ, ਜਿਹੜਾ ਸਭੇ ਸਾਂਝੀ ਵਾਲ ਸਦੈਨ ਤੋਂ ਕਿਸੇ ਨੇ ਦੱਸਿਆ ਬਾਹਰਾ ਜੀਓ, ਐਸੇ ਗ੍ਰੰਥ ਨੂੰ ਜਿਹੜਾ ਆਪ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਤਿਸ ਦਾ ਬੁਰਾ ਕਿਉਂ ਹੋਏ। ਉਹਦਾ ਬੁਰਾ ਕਿਵੇਂ ਹੋ ਸਕਦਾ ਜੋ ਸਾਰੀ ਸ੍ਰਿਸ਼ਟੀ ਨੂੰ ਆਪਣੇ ਗਲ ਦੇ ਨਾਲ ਲਾਉਂਦਾ ਹੋਵੇ। ਉਸ ਗੁਰੂ ਦੀ ਨਰਾਦਰੀ ਹੋਈ ਹੋਵੇ ਤੇ ਅਕਾਲ ਤਖਤ ਸਾਹਿਬ ਜੀ ਤੋਂ ਉਹਨਾਂ ਝੂਠੇ ਸੌਦੇ ਸਾਧਾਂ ਨੂੰ ਜਾਂ ਹੋਰਨਾਂ ਨੂੰ ਉਹਨਾਂ ਨੂੰ ਮਾਫੀਨਾਮਾ ਦਿੱਤਾ ਜਾਂਦਾ ਹੈ, ਫਿਰ ਮਾਫੀਨਾਮਾ ਰੱਦ ਕੀਤਾ ਜਾਂਦਾ ਹੈ। ਅਸੀਂ ਫਿਰ 21 ਅਕਤੂਬਰ 2015 ਨੂੰ ਇੱਕੋ ਪੰਜਾਂ ਪਿਆਰਿਆਂ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਅਸੀਂ ਸਤਨਾਮ ਸਿੰਘ, ਤਰਲੋਕ ਸਿੰਘ ਜਾਂ ਹੋਰਨਾਂ ਦੇ ਰੂਪ ਵਿੱਚ ਨਹੀਂ ਕੀਤਾ। ਅਸੀਂ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਜਦੋਂ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਤਲਬ ਕੀਤਾ ਕਿ ਆਓ ਦੱਸੋ ਤੁਹਾਡੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ, ਜਿਹੜੀ ਕਦੀ ਤੁਹਾਨੂੰ ਕਹਿੰਦੀ ਹੈ ਚਿੜੀਓ ਮਰ ਜਾਓ ਤੇ ਕਿਹੜੀ ਕਹਿੰਦੀ ਹੈ ਵੀ ਚਿੜੀਓ ਉੱਠ ਪਓ। ਤੁਸੀਂ ਇਸ ਤਰੀਕੇ ਨਾਲ ਪਹਿਲਾਂ ਮਾਫੀ ਦਿੱਤੀ, ਫਿਰ ਰੱਦ ਕੀਤਾ। ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਮਖੌਲ ਦਾ ਇੱਕ ਢੰਗ ਬਣਾ ਕੇ ਰੱਖ ਦਿੱਤਾ ਔਰ ਅੱਜ ਫਿਰ ਤੁਸੀਂ ਬਾਦਲਾਂ ਨੂੰ ਬਚਾਉਣ ਵਾਸਤੇ ਜੋ ਕੰਮ ਕਰ ਰਹੇ ਹੋ। ਪਰ ਇੱਕ ਗੱਲ ਬਹੁਤ ਸੱਚੀ ਤੇ ਸੁੱਚੀ ਹੈ ਕਿ ਜੇ ਸਿੱਖ ਪੰਥ 1984 ਨੂੰ ਨਹੀਂ ਭੁੱਲਿਆ ਤੇ ਇਹ ਜਿਹੜਾ ਬਰਗਾੜੀ ਕਾਂਡ ਇਹ ਵੀ ਨਹੀਂ ਭੁੱਲਣਾ। ਜਥੇਦਾਰੋ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਓ, ਜੋ ਮਰਜ਼ੀ ਕਰ ਕਰਕੇ ਦੇਖ ਲਓ, ਇਹ ਜਿਹੜੀ ਪੀੜਾ ਖਾਲਸਾ ਪੰਥ ਅੰਦਰ ਜਾਗਦੀ ਹੈ ਇਹ ਰਹਿੰਦੀ ਦੁਨੀਆ ਤੱਕ। ਇਹ ਬਰਗਾੜੀ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਇਹ ਕਦੀ ਵੀ ਕੋਈ ਲੋਕ ਵੀ ਭਾਵੇਂ ਜਥੇਦਾਰ ਭਾਵੇਂ ਹੋਰ ਉਹ ਇਹਨਾਂ ਦਾ ਕਲੰਕ ਜਿਹੜਾ ਬਾਦਲ ਦਲ ਦੇ ਤੇ ਜਿਹੜਾ ਸ਼੍ਰੋਮਣੀ ਕਮੇਟੀ ਤੇ ਲੱਗਾ ਇਹ ਕਲੰਕ ਕਦੀ ਵੀ ਲੱਥ ਨਹੀਂ ਸਕਣਾ। ਇਹਨਾਂ ਨੂੰ ਜੇ ਲੱਥਣਾ ਚਾਹੁੰਦੇ ਹੈ ਤੇ ਅਕਾਲ ਤਖਤ ਸਾਹਿਬ ਜੀ ਤੇ ਅੱਗੇ ਆਣ ਕੇ ਸਮਰਪਿਤ ਹੋ ਕੇ ਆਪਣੇ ਅਹੁਦੇ ਸਾਰੇ ਛੱਡ ਕੇ ਅਕਾਲ ਤਖਤ ਸਾਹਿਬ ਤੇ ਨੱਕ ਰਗੜਨ, ਉਸੇ ਬੂਟੇ ਦੇ ਨਾਲ ਆਪਣੇ ਆਪ ਨੂੰ ਬਣਾ ਕੇ ਆਉਣ ਤੇ ਫੇਰ ਕਿਤੇ ਜਾ ਕੇ ਸੋਚਿਆ ਜਾ ਸਕਦਾ ਹੈ। ਪੰਥ ਸੋਚ ਸਕਦਾ ਹੈ ਕਿ ਸ਼ਾਇਦ ਇਹਨਾਂ ਨੂੰ ਗਾਂਹ ਮਾਫੀ ਦੇਣੀ ਕਿ ਨਹੀਂ ਦੇਣੀ, ਪਰ ਉਹਨਾਂ ਚਿਰ ਇਹਨਾਂ ਦਾ ਗੁਨਾਹ ਜਿਹੜਾ ਸਟੈਂਡ ਰਹਿਣਾ ਹੈ। ਜਥੇਦਾਰ ਕੋਈ ਵੀ ਆ ਜਾਵੇ ਪਰ ਜਿੰਨਾ ਚਿਰ ਸਿਧਾਂਤ ਜਿਹੜਾ ਉਹਨੂੰ ਕੋਈ ਮੇਨਟੇਨ ਨਹੀਂ ਕਰਦਾ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ। ਜਥੇਦਾਰ ਉਹ ਹੈ ਜਿਹੜਾ ਅਕਾਲ ਤਖਤ ਸਾਹਿਬ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਦਿਆਂ ਹੋਇਆ ਮਰਿਆਦਾ ਵਿੱਚ ਰਹਿੰਦਾ। ਮਰਿਆਦਾ ਤੋਂ ਹੀਣਾ ਜਿਹੜਾ ਵਿਅਕਤੀ ਹੈ ਉਹ ਸਾਡਾ ਜਥੇਦਾਰ ਸਾਡਾ ਨਹੀਂ ਹੋ ਸਕਦਾ। ਇਸ ਕਰਕੇ ਖਾਲਸਾ ਪੰਥ ਨੂੰ ਬੇਨਤੀ ਹੈ ਸੁਚੇਤ ਹੋਵੋ। ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਹੋ ਰਹੀ ਹੈ ਔਰ ਥਾਂ ਥਾਂ ਤੇ ਕਮਲੇ ਜਿਹੜੇ ਨੇ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਕਰਨ ਵਾਸਤੇ ਆਉਂਦੇ ਨੇ। ਹੋਰ ਉਹਨਾਂ ਨੂੰ ਨਾ ਮੰਦਿਰ ਦਿਸਦਾ ਹੈ, ਨਾ ਮਸਜਿਦ ਦਿਸਦੀ ਹੈ, ਨਾ ਕੋਈ ਗਿਰਜਾ ਘਰ ਦਿਸਦਾ ਹੈ, ਨਾ ਕਿਸੇ SSP ਦਾ ਦਫ਼ਤਰ ਦਿਸਦਾ, ਨਾ ਕਿਸੇ CM ਦਾ ਜਾਂ ਕਿਸੇ PM ਦਾ। ਕਿਸੇ ਦਾ ਵੀ ਘਰ ਉਹਨਾਂ ਨੂੰ ਨਹੀਂ ਦਿਸਦਾ। ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਦੇ ਵਿੱਚ ਆਣ ਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਗੁਰੂ ਹੈ ਜਿਹੜਾ ਨਾ ਪਾੜਿਆ ਨਾ ਸਾੜਿਆ, ਉਹ ਕਦੀ ਖਤਮ ਹੋਣ ਵਾਲਾ ਨਹੀਂ ਕਿਉਂਕਿ ਸ਼ਬਦ ਅਵਤਾਰ ਹੈ ਤੇ ਸ਼ਬਦ ਜਿਹੜਾ ਹੈ ਉਹ ਜਿੰਨਾ ਚਿਰ ਸੰਸਾਰ ਦੇ ਵਿੱਚ ਦੁਨੀਆ ਰਹਿਣੀ ਉਹਨਾਂ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਟਲ ਹੀ ਰਹਿਣਾ ਹੈ। ਇਸ ਕਰਕੇ ਖਾਲਸਾ ਪੰਥ ਸੁਚੇਤ ਹੋਵੇ। ਜੋ ਵੀ ਗੁਰਸਿੱਖ ਪਿਆਰਿਆਂ ਨੇ ਤੁਹਾਡੇ ਨਾਲ ਸਾਂਝੇ ਆਪਣੇ ਵਿਚਾਰ ਸਾਂਝੇ ਕੀਤੇ ਨੇ, 10 ਵੱਲੋਂ ਵਿਚਾਰ ਸਾਂਝੇ ਹੋਏ ਨੇ, ਆਓ ਆਪਾਂ ਸਾਰੇ ਪੰਥ ਨੂੰ ਸੰਭਾਲਣ ਦਾ ਯਤਨ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਕਿ DIG ਖੱਟੜਾ ਜੀ ਨੇ ਜੋ ਇੱਕ ਜਦੋਂ ਜਿਸ ਦਿਨ 25 ਅਕਤੂਬਰ ਨੂੰ ਇੱਥੇ ਜੋ ਬਾਈਬਲ ਕਲਾਂ ਗੋਲੀकांड ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ 25 ਅਕਤੂਬਰ ਨੂੰ ਜਦੋਂ ਉਹਨਾਂ ਦਾ ਸੀਗਾ ਅੰਤਮ ਅਰਦਾਸ ਸੀਗੀ, ਉਹ ਸਮਾਗਮ ਸੀਗਾ, ਉਦੋਂ ਇੱਕ ਦਿਨ ਪਹਿਲਾਂ 24 ਦੀ ਰਾਤ ਨੂੰ ਸਾਨੂੰ ਰਾਤ ਨੂੰ ਕਾਫੀ ਸਿੰਘਾਂ ਨੂੰ ਮਤਲਬ ਉਸ ਵੇਲੇ ਪੁਲਿਸ ਲਾਈਨ ਫਰੀਦਕੋਟ ਵਿਖੇ ਬੁਲਾਇਆ ਸੀਗਾ। ਉੱਥੇ ਇਹ DIG ਖੱਟੜਾ ਜੀ ਵੀ ਸੀਗੇ, ਉਸ ਵੇਲੇ ਦੇ SSP ਸੁਖਵਿੰਦਰ ਸਿੰਘ ਮਾਨ ਵੀ ਸੀ ਤੇ ਹੋਰ ਵੀ ਪੁਲਿਸ ਅਫਸਰ ਸੀਗੇ ਤੇ ਸਾਨੂੰ ਉਸ ਵੇਲੇ ਬੁਲਾਇਆ ਇਸ ਮਕਸਦ ਨਾਲ ਗਿਆ ਸੀਗਾ ਵੀ ਸ਼ਾਇਦ ਸਾਨੂੰ ਵੀ ਇੰਝ ਲੱਗਦਾ ਸੀ ਵੀ ਸ਼ਾਇਦ ਇਹਨਾਂ ਕੋਲੇ ਕੋਈ ਹੋਰ ਸਬੂਤ ਹੋਣਗੇ ਰੁਪਿੰਦਰ ਤੇ ਜਸਵਿੰਦਰ ਦੇ ਖਿਲਾਫ। ਤੇ ਇਹਨਾਂ ਨੇ ਇਸ ਮੈਸੇਜ ਵੀ ਇਸ ਢੰਗ ਨਾਲ ਸਾਨੂੰ ਲਾਇਆ ਸੀਗਾ ਵੀ ਆਜੋ ਉਹ ਤਾਂ ਮੰਨੇ ਹੋਏ ਨੇ ਤੇ ਸਾਡੇ ਕੋਲੇ ਹੋਰ ਵੀ ਸਬੂਤ ਹੈਗੇ ਨੇ ਤੇ ਤੁਸੀਂ ਆ ਕੇ ਦੇਖ ਲਵੋ। ਅਸੀਂ ਕਾਫੀ ਸਿੰਘ ਜਿਨ੍ਹਾਂ ਵਿੱਚ ਭਾਈ ਗੁਰਨੇਕ ਸਿੰਘ ਜੀ ਤੇ ਹੋਰ ਜਿਹੜੇ ਸਿੰਘ ਵੀ ਸੀਗੇ ਸਾਡੇ ਨਾਲ, ਅਸੀਂ 24 ਦੀ ਰਾਤ ਨੂੰ ਪੁਲਿਸ ਲਾਈਨ ਫਰੀਦਕੋਟ ਉੱਥੇ ਗਏ ਸੀਗੇ। ਉੱਥੇ DIG ਖੱਟੜਾ ਤੇ ਆਪਣੇ ਸੁਖਵਿੰਦਰ ਸਿੰਘ ਮਾਨ SSP ਇਹ ਸਾਰੇ ਮਤਲਬ ਉੱਥੇ ਸੀਗੇ। ਇਹਨਾਂ ਨੇ ਉੱਥੇ ਕਾਫੀ ਚਿਰ ਸਾਨੂੰ ਬਿਠਾਇਆ ਪਰ ਇਹਨਾਂ ਕੋਲੇ ਕੋਈ ਸਬੂਤ ਨਹੀਂ ਸੀ। ਸਿਰਫ ਇਹ ਪਾਣੀ ਗੰਧਾਲਦੇ ਰਹੇ, ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ਵੀ ਇਹ ਦੋਸ਼ੀ ਨੇ ਜੀ, ਆ ਇੱਦਾਂ ਜੀ। ਤੇ ਉਸ ਵੇਲੇ ਜਿਹੜੀ ਮੈਂ ਇੱਕ ਹੋਰ ਗੱਲ ਕਹਿ ਦਿਆਂ ਕਿ ਜਿਹੜਾ ਇਹ ਅੱਜ ਕਹਿ ਰਿਹਾ ਹੈਗਾ ਵੀ ਇਹ ਰੁਪਿੰਦਰ ਜਸਵਿੰਦਰ ਪੰਥਪ੍ਰੀਤ ਦੇ ਚੇਲੇ ਨੇ, ਉਸ ਵੇਲੇ ਇਸ DIG ਖੱਟੜਾ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਰੁਪਿੰਦਰ ਜਸਵਿੰਦਰ ਜਿਹੜੇ ਆ ਪੰਥਪ੍ਰੀਤ ਦੇ ਵਿਰੁੱਧ ਨੇ। ਉਸ ਵੇਲੇ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ, ਇਹਨੇ ਇੱਕ ਰਿਕਾਰਡਿੰਗ ਸਾਨੂੰ ਸੁਣਾ ਕੇ, ਤਾਂ ਉਸ ਵੇਲੇ ਇਹਦਾ ਇਹ ਜ਼ੋਰ ਲੱਗ ਰਿਹਾ ਸੀਗਾ। ਜਦੋਂ ਇਹਨਾਂ ਨੇ ਸਾਨੂੰ ਇੱਦਾਂ ਬੁਲਾ ਕੇ ਉਸ ਤੋਂ ਬਾਅਦ ਅਸੀਂ ਰਾਤ ਨੂੰ CS ਸਟਾਫ ਦੇ ਵਿੱਚ ਜਾ ਕੇ ਰੁਪਿੰਦਰ ਸਿੰਘ ਨੂੰ ਜਾ ਕੇ ਮਿਲੇ। ਉਹਨੇ ਸਾਰੀ ਸਟੋਰੀ ਜਿਹੜੀ ਆ ਜੋ ਘਟਨਾਕ੍ਰਮ ਸੀ, ਕੁਝ ਭੁਲੇਖੇ ਸੀ, ਉਹ ਵੀ ਉਹਨਾਂ ਜਦੋਂ ਕਲੀਅਰ ਕੀਤੇ। ਉਸ ਤੋਂ ਬਾਅਦ ਫਿਰ ਜਿਹੜਾ ਅਗਲੇ ਦਿਨ ਤੋਂ ਜਿਹੜਾ ਹੈਗਾ ਉਹ ਹੋਰ ਵੀ ਸੰਗਤਾਂ ਨੇ ਵਿਰੋਧ ਸ਼ੁਰੂ ਕੀਤਾ। ਸੰਗਤ ਤਾਂ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੀ ਸੀ ਪਰ ਉਹ ਜਦੋਂ ਪਤਾ ਲੱਗ ਗਿਆ ਵੀ ਇਹਨਾਂ ਕੋਲੇ ਕੋਈ ਸਬੂਤ ਨਹੀਂ ਹੈ ਔਰ ਬਿਲਕੁਲ ਜੋ ਬੋਲ ਰਹੇ ਆ ਝੂਠ ਬੋਲ ਰਹੇ ਆ, ਉਹ ਸਾਰਾ ਕੁਝ ਜਦੋਂ ਕਲੀਅਰ ਹੋ ਗਿਆ ਫਿਰ ਸੰਗਤਾਂ ਨੇ ਵੱਡੀ ਪੱਧਰ ਤੇ ਇਹਨਾਂ ਦਾ ਵਿਰੋਧ ਕੀਤਾ ਤੇ ਇਹਨਾਂ ਨੂੰ ਅਖੀਰ ਜਿਹੜਾ ਰੁਪਿੰਦਰ ਜਸਵਿੰਦਰ ਨੂੰ ਛੱਡਣਾ ਪਿਆ। ਤੇ ਇੱਕ ਸਵਾਲ ਉਠਾਉਣਾ ਵੀ ਜੇ
ਉਸ ਵੇਲੇ ਸੰਗਤ ਵਿਰੋਧ ਨਾ ਕਰਦੀ ਤਾਂ ਕੀ ਰੁਪਿੰਦਰ ਜਸਵਿੰਦਰ ਨੂੰ ਹੀ ਦੋਸ਼ੀ ਮੰਨ ਕੇ ਫਾਈਲ ਬੰਦ ਹੋ ਜਾਣੀ ਸੀਗੀ? ਫਿਰ ਕੀ ਇਹ ਜਾਂਚ ਡੇਰਾ ਸੱਚਾ ਸੌਦਾ ਤੱਕ ਪਹੁੰਚਣੀ ਸੀਗੀ? ਕੀ ਉਹਨਾਂ ਦੇ ਪ੍ਰੇਮੀਆਂ ਤੱਕ ਇਹ ਪਹੁੰਚਣੀ ਸੀਗੀ? ਦੂਜੀ ਗੱਲ, ਜਿਹੜੀ ਗੱਲ ਇਹ ਕਹਿੰਦੇ ਆ ਵੀ ਉਸ ਵੇਲੇ ਅੰਗ ਜਿਹੜੇ ਸੀਗੇ ਇੱਥੋਂ ਚੌਂਕ ਦੇ ਵਿੱਚੋਂ ਇਹ ਲੈ ਗਏ ਸਾਰੇ, ਉਹ ਕਹਿੰਦੇ ਵੀ ਉਹਦੇ ਤੇ ਹੱਥ ਬਹੁਤ ਲੱਗ ਗਏ ਤਾਂ ਕਰਕੇ ਉਹਦਾ ਅਸੀਂ ਜਾਂਚ ਨਹੀਂ ਕਰ ਸਕੇ। ਪਰ ਜਿਹੜੀ ਮੱਲ ਕੇ ਪਿੰਡ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀਗੇ ਉਹਦੇ ਤਾਂ ਅੰਗ ਉਸੇ ਵੇਲੇ ਹੀ ਉੱਥੇ ਜਿਹੜਾ ਹੈਗਾ ਉਹ ਸੰਗਤਾਂ ਨੇ ਜਿਹੜਾ ਹੈ ਉਹ ਪੁਲਿਸ ਨੂੰ ਸਪੁਰਦ ਕਰਦੇ ਸੀਗੇ। ਮੈਂ ਖੁਦ ਸੰਗਤ ਦੇ ਵਿੱਚ ਸੰਬੋਧਨ ਕਰਕੇ ਕਿਹਾ ਸੀ ਵੀ ਹਾਂ ਆਪਾਂ ਨੂੰ ਇਹ ਅੰਗ ਜਿਹੜੇ ਆ ਇਹ ਪੁਲਿਸ ਨੂੰ ਸਪੁਰਦ ਕਰਨੇ ਚਾਹੀਦੇ ਆ, ਤੇ ਉਸ ਵੇਲੇ ਉਹ ਅੰਗ ਸਪੁਰਦ ਕੀਤੇ ਸੀ। ਉਹ ਅੰਗ ਫਿਰ ਅੱਗੇ ਮਤਲਬ ਕਿ ਗੁਜਰਾਤ ਤੱਕ ਵੀ ਲੈ ਕੇ ਗਏ। ਉਹਨਾਂ ਤੇ ਫਿਰ ਉਹਨਾਂ ਤੋਂ ਫਿੰਗਰਪ੍ਰਿੰਟ ਵੀ ਉਸ ਵੇਲੇ ਜਿਹੜੇ ਜੋ ਬਿਜਲੀ ਬੋਰਡ ਦੇ ਚੇਅਰਮੈਨ ਸੀਗੇ, ਮੈਨੂੰ ਨਾਮ ਵਿਸਰ ਗਿਆ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਉੱਥੋਂ ਬਹੁਤ ਸਾਰੇ ਫਿੰਗਰਪ੍ਰਿੰਟ ਮਿਲੇ ਸੀ, ਪਰ ਉਹਨਾਂ ਦੀ ਜਾਂਚ ਅੱਗੇ ਕਿਉਂ ਨਹੀਂ ਤੁਰੀ, ਉਹਨਾਂ ਦੀ ਅੱਗੇ ਜਾਂਚ ਕਿਉਂ ਨਹੀਂ ਹੋਈ? ਉਹ ਤਾਂ ਅੰਗ ਜਿਹੜੇ ਇਹਨਾਂ ਨੂੰ ਉਸੇ ਵੇਲੇ ਹੀ ਪੁਲਿਸ ਨੂੰ ਸਪੁਰਦ ਕਰ ਦਿੱਤੇ ਗਏ ਸੀ, ਉੱਥੋਂ ਜਾਂਚ ਕਿਉਂ ਨਹੀਂ ਸ਼ੁਰੂ ਹੋਈ? ਸੋ ਇਹ ਜ਼ਰੂਰ ਇਹਨਾਂ ਪੁਆਇੰਟਾਂ ਤੇ ਧਿਆਨ ਦਿਓ। ਤੁਹਾਡੀਆਂ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਨਾਕਾਮਯਾਬੀਆਂ ਨੇ, ਤੁਹਾਡੀ ਕਿਤੇ ਨਾ ਕਿਤੇ ਕਹਿ ਲਵੋ ਜਿਹੜਾ ਹੈਗਾ ਉਹ ਨੀਅਤ ਵਿੱਚ ਕਿਤੇ ਨਾ ਕਿਤੇ ਖੋਟ ਹੋ ਸਕਦਾ, ਕਿਉਂਕਿ ਤੁਸੀਂ ਉਸ ਵੇਲੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।